ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਪੰਜਵਾ। ਜਾ ਕੈ ਸਿਮਰਨ ਸਭ ਕਛ ਪਾਈਐ, ਬਿਰਥੀ ਘਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਤ ਰਚਹੁ, ਜੋ ਸਭ ਮਹਿ ਰਹਿਆ ਸਮਾਈ। ਜਾ ਕੈ ਸਿਮਰਨ ਸਭ ਕਛ ਪਾਈਐ, ਬਿਰਥੀ ਘਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਤ ਰਚਹੁ, ਜੋ ਸਭ ਮਹਿ ਰਹਿਆ ਸਮਾਈ। ਹਰਿ ਹਰਿ ਸਿਮਰਹੁ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵਹੁ। ਪੂਰਨ ਹੋਵੈ ਘਾਲਾ ਰਹਾਉ, ਸਾਰ ਸੰਭਾਲੈ ਨਿਤ ਪ੍ਰਤਪਾਲੈ। ਪ੍ਰੇਮ ਸਹਿਤ ਗਲ ਲਾਵੈ, ਕਹੁ ਨਾਨਕ ਪ੍ਰਭ ਤੁਮਰੇ ਬਿਸਰਤ। ਜਗਤ ਜੀਵਨ ਕੈਸੇ ਪਾਵੈ, ਸਾਰ ਸੰਭਾਲੈ ਨਿਤ ਪ੍ਰਤਪਾਲੈ। ਪ੍ਰੇਮ ਸਹਿਤ ਗਲ ਲਾਵੈ, ਕਹੁ ਨਾਨਕ ਪ੍ਰਭ ਤੁਮਰੇ ਬਿਸਰਤ। ਜਗਤ ਜੀਵਨ ਕੈਸੇ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਰੂਪ ਨਗਰ ਨਿਵਾਸੀ ਸਾਧ ਸੰਗਤ ਜੀਓ, ਆਪ ਸਾਰੇ ਬੜਿਆਂ ਭਾਗਾਂ ਵਾਲੇ ਹੋ। ਸੰਗਤਾਂ ਨੇ ਬੜਾ ਭਾਰੀ ਉਦਮ ਕੀਤਾ ਹੈ ਕਿ 40 ਦਿਨ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਕੀਤੇ ਹੋਏ ਹਨ। ਤੇ ਅੱਜ ਭਗਤ ਰਵਿਦਾਸ ਜੀ ਦਾ ਜੋ ਜਨਮ ਦਿਨ ਹੈ, ਇਹ ਸੰਗਤਾਂ ਬੜੇ ਪਿਆਰ ਦੇ ਨਾਲ ਮਨਾ ਰਹੀਆਂ ਹਨ। ਸੰਸਾਰ ਦੇ ਉੱਤੇ ਜੀਵ ਆਪੋ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਦੇਣ ਲੈਣ ਵਾਸਤੇ ਆਉਂਦੇ ਹਨ। ਸੰਸਾਰੀ ਜੀਵਾਂ ਦੀ ਐਸੀ ਦਸ਼ਾ ਹੈ, ਸੰਤਾਂ ਦਾ, ਭਗਤਾਂ ਦਾ, ਮਹਾਂਪੁਰਖਾਂ ਦਾ ਅਵਤਾਰਾਂ ਦੇ ਆਉਣ ਦਾ ਫਰਕ ਹੈ, ਕਿਉਂਕਿ ਉਹਨਾਂ ਦੇ ਉੱਤੇ ਕੋਈ ਬੰਧਨ ਨਹੀਂ। ਜਿਹੜੇ ਅਵਤਾਰ ਹਨ ਉਹ ਯੁਗਾਂ ਯੁਗਾਂ ਦੇ ਵਿੱਚ ਆਉਂਦੇ ਆ। ਯੁਗ ਯੁਗ ਸਤਿਗੁਰ ਧਰੇ ਅਵਤਾਰਾਂ। ਜਿਹੜੇ ਸੰਤ ਭਗਤ ਹੈ ਜਾਂ ਮਹਾਂਪੁਰਖ ਆ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਮੇਸ਼ਾ ਹੀ ਸੰਸਾਰ ਦੇ ਉੱਤੇ ਨਾਮ ਬਾਣੀ ਦਾ, ਪ੍ਰੇਮਾ ਭਗਤੀ ਦਾ ਉਪਦੇਸ਼ ਦੇਣ ਵਾਸਤੇ ਵਿਚਰਦੇ ਰਹਿੰਦੇ ਹਨ।
ਭਗਤ ਰਵਿਦਾਸ ਜੀ ਕਾਸ਼ੀ ਵਿੱਚ ਹੋਏ ਹੈ ਅਤੇ ਸਵਾਮੀ ਰਾਮਾਨੰਦ ਜੀ ਸੰਗਤ ਕਰਕੇ ਉਹਨਾਂ ਨੂੰ ਇਹ ਭਗਤੀ ਮਾਰਗ ਜਾਂ ਜੋ ਗਿਆਨ ਮਾਰਗ ਹੈ ਇਹਦੀ ਪ੍ਰਾਪਤੀ ਹੋਈ। ਜਿਸ ਤਰ੍ਹਾਂ ਇੱਕ ਦੀਵਾ ਜਗਦਾ ਹੋਵੇ, ਉਸ ਤੋਂ ਬੇਅੰਤ ਦੀਵੇ ਜਿਨ੍ਹਾਂ 'ਚ ਤੇਲ ਹੈ ਜਾਂ ਬੱਤੀ ਹੈ ਜਗਾਈ ਚਲੋ, ਅਤੇ ਪਹਿਲੇ ਦੀਵੇ ਦੇ ਪ੍ਰਕਾਸ਼ 'ਚ ਕੋਈ ਫਰਕ ਨਹੀਂ ਪੈਂਦਾ। ਜਨ ਦੀਪਕ ਅਤੇ ਦੀਪ ਜਗਾਇਓ। ਕਿ ਸਵਾਮੀ ਰਾਮਾਨੰਦ ਜਿਹੜੇ ਸੀ ਉਹ ਬਰਾਗੀ ਮੱਤ ਦੇ ਸਾਧੂ ਸੀਗੇ, ਬੜੇ ਕਮਾਈ ਵਾਲੇ ਮਹਾਂਪੁਰਖ ਸੀਗੇ। ਉਹਨਾਂ ਦੀ ਸੰਗਤ ਕਰਕੇ ਭਗਤ ਕਬੀਰ ਸਾਹਿਬ, ਰਵਿਦਾਸ ਸਾਹਿਬ ਅਤੇ ਪੀਪਾ, ਇਹ ਗੁਗਰਾਉਣ ਸ਼ਹਿਰ ਦਾ ਰਾਜਾ ਸੀ। ਪਹਿਲਾਂ ਦੇਵੀ ਦਾ ਉਪਾਸ਼ਕ ਸੀ। ਉੱਥੇ ਕੋਈ ਸੰਤ ਮੰਡਲੀ ਆਈ, ਉਹਨਾਂ ਨੇ ਕਿਹਾ ਤੂੰ ਪਰਮੇਸ਼ਰ ਦੀ ਭਗਤੀ ਕਰਿਆ ਕਰ। ਇਹਦੇ ਅੰਦਰ ਦੇਵੀ ਦੀ ਭਗਤੀ ਪ੍ਰਪੱਕ ਸੀ। ਕਹਿਣ ਲੱਗਾ ਮੈਂ ਤਾਂ ਦੇਵੀ ਦੀ ਭਗਤੀ ਕਰਦਾ ਹਾਂ। ਰਾਤ ਨੂੰ ਦੇਵੀ ਨੇ ਇਹਦਾ ਚੰਗਾ ਗਲ ਘੁੱਟਿਆ ਵੀ ਤੂੰ ਸੰਤਾਂ ਦਾ ਵਚਨ ਨਹੀਂ ਮੰਨਿਆ, ਮੈਂ ਦੁਨਿਆਵੀ ਪਦਾਰਥ ਦੇ ਸਕਦੀ ਹਾਂ, ਮੁਕਤੀ ਜਿਹੜੀ ਹੈ ਉਹ ਮਿਲਣੀ ਹੈ ਪਰਮੇਸ਼ਰ ਦਾ ਭਜਨ ਕਰਕੇ, ਸੰਤਾਂ ਦੇ ਉਪਦੇਸ਼ ਨੂੰ। ਫਿਰ ਇਹ ਸਵਾਮੀ ਰਾਮਾਨੰਦ ਜੀ ਦੀ ਸੰਗਤ 'ਚ ਗਏ। ਸ਼ਾਹੀ ਵਾਹੀ ਠਾਠ ਵਿੱਚ ਬੇਨਤੀ ਕੀਤੀ ਦਰਸ਼ਨ ਲਈ। ਉਹ ਕਹਿੰਦੇ ਵੀ ਸਾਡਾ ਰਾਜਿਆਂ ਨਾਲ ਕੀ ਮਤਲਬ ਹੈ, ਅਸੀਂ ਫਕੀਰ ਬੰਦੇ ਹਾਂ। ਸਿਆਣਾ ਸੀ, ਸਮਝ ਗਿਆ, ਫਿਰ ਸਾਰਾ ਹੀ ਠਾਠ ਵਾਠ ਛੱਡ ਕੇ ਆ ਗਿਆ। ਫਿਰ ਉਹਨਾਂ ਨੇ ਇਹਨਾਂ ਨੂੰ ਉਪਦੇਸ਼ ਦਿੱਤਾ। ਫਿਰ ਮਹਿਲਾਂ ਚਰਨ ਪਾਉਣ ਲਈ ਬੇਨਤੀ ਕੀਤੀ, ਬੇਨਤੀ ਪ੍ਰਵਾਨ ਕੀਤੀ। ਇਹਦੀ ਸ਼ਰਧਾ ਭਗਤੀ ਦੇਖ ਕੇ ਕਹਿਣ ਲੱਗੇ ਤੂੰ ਘਰ ਰਹਿ ਤਾਂ ਵੀ ਤੈਨੂੰ ਕੋਈ ਫਰਕ ਨਹੀਂ, ਤਿਆਗ ਕਰ ਦੇਵੇਂ ਤਾਂ ਵੀ ਕੋਈ ਨਹੀਂ। ਪਰ ਇਹਨਾਂ ਦੇ ਮਨ 'ਚ ਫਿਰ ਬਰਾਗ ਬਹੁਤ ਹੋ ਗਿਆ ਸੀ। ਫਿਰ ਇਹ ਤਿਆਗ ਕੇ ਨਾਲ ਹੀ ਚੱਲ ਪਏ ਸੀ। ਉਹਨਾਂ ਦਾ ਇਤਿਹਾਸ ਵੀ ਬੜਾ ਸੁੰਦਰ ਗੁਰ ਭਗਤ ਮਾਲ ਦੇ ਵਿੱਚ ਲਿਖਿਆ ਹੈ, ਬਹੁਤ ਸੋਹਣੀਆਂ ਸਾਖੀਆਂ। ਇਹ ਵੀ ਸਵਾਮੀ ਰਾਮਾਨੰਦ ਜੀ ਦੇ ਚੇਲੇ ਸੀ। ਅਤੇ ਰਵਿਦਾਸ ਸਾਹਿਬ, ਇਹਨਾਂ ਦਾ ਵੀ ਪ੍ਰਸੰਗ ਆਉਂਦੇ ਆ, ਸਾਖੀਆਂ ਕਾਫੀ ਹੈਗੀਆਂ। ਭਾਵੇਂ ਉਹ ਕਾਸ਼ੀ 'ਚ ਹੋਏ ਆ, ਯੂਪੀ ਦੇ ਵਿੱਚ, ਪਰ ਜਿਹੜੀ ਨਾਮ ਬਾਣੀ ਦੀ ਸੁਗੰਧੀ ਹੈ ਨਾ, ਇਹ ਬੜੀ ਦੂਰ ਤੱਕ ਚੱਲ ਜਾਂਦੀ ਹੈ। ਫੁਲਵਾੜੀ ਹੋਵੇ, ਹਵਾ ਨਾਲ ਉਹ ਸੁਗੰਧੀ ਵੀ ਫੈਲਦੀ ਹੈ। ਉਹ ਥੋੜ੍ਹੇ ਸਮੇਂ ਲਈ ਹੈ, ਪਰ ਜਿਹੜੀ ਇਹ ਨਾਮ ਬਾਣੀ ਦੀ ਭਗਤੀ ਦੀ ਸੁਗੰਧੀ ਹੈ, ਸ਼ੁਭ ਗੁਣਾਂ ਦੀ, ਇਹ ਫਿਰ ਸਰੀਰ ਤੋਂ ਬਾਅਦ ਵੀ ਰਹਿੰਦੀ ਹੈ। ਦੇਖ ਲਓ ਕਿ ਉਹਨਾਂ ਦਾ ਜ਼ਿਆਦਾ ਨਿਵਾਸ ਕਾਸ਼ੀ 'ਚ ਹੀ ਹੋਇਆ। ਆਪਣੀ ਉਹ ਪਰਿਵਾਰਕ ਕਿਰਤ ਵਿਰਤ ਵੀ ਕਰਦੇ ਰਹੇ ਆ। ਭਾਈ ਗੁਰਦਾਸ ਨੇ ਪੌੜੀ ਲਿਖੀ ਹੈ, ਭਗਤ ਭਗਤ ਜਗ ਵਜਿਆ ਚੌਂ ਚੱਕਾਂ ਦੇ ਵਿੱਚ ਮਰੇਟਾ, ਪਾਣਾ ਗੰਢੇ ਰਾਹ ਕੁਲਾ ਧਰਮ ਢੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ ਗਿਆਨ ਧਿਆਨ ਕਰ ਭਗਤ ਸਹੇਟਾ, ਨਾਵਣ ਆਇਆ ਸੰਗ ਮਿਲ ਕਰ ਵਾਨਾਰਸ ਗੰਗਾ ਥੇਟਾ। ਇਹ ਪੌੜੀ ਲਿਖੀ ਹੈ। ਅਤੇ ਉੱਥੇ ਦੇਖ ਲਓ ਵੀ ਭਗਤੀ ਦੇ ਪ੍ਰਤਾਪ ਨਾਲ ਹੀ ਭਗਤ ਭਗਤ ਵਜਿਆ। ਅਤੇ ਜਦੋਂ ਜਾਤੀ ਅਭਿਮਾਨੀਆਂ ਨੇ ਉਹਨਾਂ 'ਤੇ ਕਿੰਤੂ ਪ੍ਰੰਤੂ ਕੀਤੀ, ਉਹ ਕਹਿਣ ਲੱਗੇ ਵੀ ਗੱਲ ਇਹ ਹੈ
ਦ੍ਰਿਸ਼ਟਾਂਤ ਦਿੱਤਾ। ਜਿਵੇਂ ਇੱਕ ਤਾੜੀ ਦਾ ਦਰਖਤ ਆ, ਉਹ ਤੋਂ ਸ਼ਰਾਬ ਕੱਢਦੇ। ਅਤੇ ਚਮਕੌਰ ਸਾਹਿਬ ਜਦੋਂ ਅਸੀਂ ਪਹਿਲੀ ਵਾਰੀ ਗਏ, ਉਦੋਂ ਉੱਥੇ ਬਹੁਤ ਖਜੂਰਾਂ ਹੈਗੀਆਂ ਸੀ। ਉਹ ਮਟਕਿਆਂ ਲਟਕਣ, ਉਹ ਪਹਿਲੀ ਵਾਰੀ ਦੇਖਿਆ। ਮੈਂ ਕਿਹਾ ਇਹ ਕੀ ਗੱਲ? ਕਹਿੰਦੀ ਜੀ ਸ਼ਰਾਬ ਕੱਢ ਰਿਹਾ। ਹੁਣ ਕਹਿੰਦੇ ਉਹ ਜਿਹੜਾ ਤਾੜੀ ਦਾ ਦਰਖਤ ਆ, ਉਹ ਸ਼ਰਾਬ ਕੱਢਣ ਕਰਕੇ ਉਸ ਨੂੰ ਅਪਵਿੱਤਰ ਮੰਨਦੇ ਆ ਵੀ ਜੇ ਨਸ਼ੇ ਵਾਲੀ ਚੀਜ਼ ਪੈਦਾ ਹੁੰਦੀ ਹੈ ਅਤੇ ਬਹੁਤੇ ਲੋਕਾਂ ਦਾ ਜੀਵਨ ਬਰਬਾਦ ਹੁੰਦਾ, ਹਰ ਪੱਖ ਤੋਂ, ਆਰਥਿਕ ਪੱਖੋਂ ਵੀ, ਸਿਹਤ ਪੱਖੋਂ ਵੀ, ਸਮਾਜ ਪੱਖੋਂ ਵੀ, ਧਾਰਮਿਕ ਪੱਖੋਂ ਵੀ। ਹੁਣ ਭਗਤ ਜੀ ਕਹਿੰਦੇ ਵੀ ਉਹ ਤਾੜੀ ਦਾ ਜਿਹੜਾ ਦਰਖਤ ਆ, ਉਹ 'ਚੋਂ ਸ਼ਰਾਬ ਕੱਢਦੇ ਆ। ਸੰਤ ਜਨ ਕਰਤ ਨਹੀਂ ਪਾਨ, ਜਿਹੜੇ ਸੰਤ ਜਨ ਆ ਜਾਂ ਸੰਤਾਂ ਦੇ ਸੰਗੀ ਆ, ਉਹ ਤਾਂ ਪੀਂਦੇ ਨਹੀਂ। ਕਹਿੰਦੇ ਹੁਣ ਉਹ ਦਰਖਤ ਨੂੰ ਅਪਵਿੱਤਰ ਮੰਨਦੇ, ਪਰ ਕਹਿੰਦੇ ਉਸ ਦਰਖਤ ਦੇ ਜਿਹੜੇ ਪੱਤੇ ਹੈਗੇ ਆ, ਜੇ ਉਹਨਾਂ ਦਾ ਕਾਗਜ਼ ਬਣਾ ਲਿਆ ਜਾਏ, ਉਹਦੇ ਉੱਤੇ ਪਰਮਾਤਮਾ ਦਾ ਨਾਮ ਲਿਖ ਦਿੱਤਾ ਜਾਏ, ਹੈ ਤਾਂ ਉਹ ਤਾੜੀ ਦਾ ਦਰਖਤ ਪਵਿੱਤਰ ਮੰਨਿਆ ਸੀ, ਪਰ ਪੱਤਰਾਂ ਦਾ ਬਣਾ ਲਿਆ ਕਾਗਜ਼, ਉੱਤੇ ਲਿਖਤਾ ਪਰਮਾਤਮਾ ਦਾ ਨਾਂ। ਭਗਤ ਜੀ ਕਹਿੰਦੇ ਤੇ ਕਾਗਰਾ ਕਰਤ ਨਮਸਕਾਰੰ, ਉਹ ਕਾਗਜ਼ ਨੂੰ ਲੋਕ ਮੱਥਾ ਟੇਕਦੇ ਇਹਦੇ ਰੱਬ ਦਾ ਨਾਂ ਲਿਖਿਆ। ਕਹਿੰਦੇ ਇਸ ਤਰ੍ਹਾਂ ਭਾਵੇਂ ਮੈਂ ਨਿਊਨ ਜਾਤੀ ਵਿੱਚ ਜੰਮਿਆ, ਪਰ ਮੈਂ ਆਪਣੇ ਹਿਰਦੇ 'ਤੇ ਪਰਮਾਤਮਾ ਦਾ ਨਾਂ ਲਿਖ ਲਿਆ। ਉਹ ਲੋਕ ਮੈਨੂੰ ਮੱਥਾ ਨਹੀਂ ਟੇਕਦੇ, ਉਹ ਜਿਹੜਾ ਪਰਮਾਤਮਾ ਦਾ ਨਾਮ, ਉਹਨੂੰ ਮੱਥਾ ਟੇਕ ਰਹੇ। ਕਹਿੰਦੇ ਹੁਣ ਜਿਹੜੇ ਉਹ ਕਾਸ਼ੀ ਦੇ ਬੜੇ ਬੜੇ ਵਿਦਵਾਨ ਪੰਡਿਤ ਕਰਮਕਾਂਡੀ ਅਤੇ ਵਿਪਰ ਪ੍ਰਧਾਨ ਕਰਹਿ ਡੰਡੌਤ, ਕਹਿੰਦੇ ਜਿਹੜੇ ਪ੍ਰਧਾਨ ਬ੍ਰਾਹਮਣ ਸੀ ਨਾ, ਉਹ ਮੈਨੂੰ ਡੰਡੌਤ ਕਰ ਰਹੇ। ਕਹਿੰਦੇ ਮੈਨੂੰ ਨਹੀਂ ਕਰ ਰਿਹਾ, ਸਰੀਰ ਨੂੰ ਨਹੀਂ ਕਰ ਰਿਹਾ। ਉਹ ਜਿਹੜਾ ਪਰਮਾਤਮਾ ਦਾ ਨਾਮ ਆ, ਉਹਦੇ ਕਰਕੇ ਨਮਸਕਾਰ ਹੋ ਰਹੀ ਹੈ। ਉਹ ਸਾਰੀ ਬਰਕਤ ਜਿਹੜੀ ਹੈ, ਉਹ ਪਰਮਾਤਮਾ ਦੇ ਨਾਮ ਦੀ ਹੈ। ਅਤੇ ਬਾਣੀ 'ਚ ਵੀ ਥਾਂ ਥਾਂ ਨਾਮ ਦੀ ਮਹੱਤਤਾ ਦੱਸੀ ਹੈ ਕਿ ਜਿਸ ਤਰ੍ਹਾਂ ਕਰਮ ਦਾ ਵੀ ਆਪਣਾ ਸਥਾਨ ਹੈ, ਪੂਜਾ ਉਪਾਸਨਾ ਦਾ ਵੀ, ਗਿਆਨ ਦਾ ਵੀ ਸਥਾਨ ਹੈਗਾ। ਅਤੇ ਜੇ ਆਪਾਂ ਕਿਤਾਬੀ ਗਿਆਨ ਬਹੁਤਾ ਲੈ ਲਿਆ, ਲਾਇਬ੍ਰੇਰੀਆਂ ਦੀਆਂ ਲਾਇਬ੍ਰੇਰੀਆਂ, ਬੁੱਕਾਂ ਦਾ ਗਿਆਨ ਲੈ ਲਿਆ, ਅਤੇ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਿਆ। ਅਤੇ ਮਹਾਰਾਜ ਕਹਿੰਦੇ ਅਤਿ ਸੁੰਦਰ, ਸਰੀਰ ਕਰਕੇ ਸੁੰਦਰ ਵੀ ਬਹੁਤ ਹੋਵੇ, ਨੈਣ ਨਕਸ਼ 32 ਲੱਖਣ ਹੋਣ ਸੁੰਦਰਤਾ ਦੇ, ਕੁਲੀਨ, ਕੁਲ ਵੀ ਉੱਚੀ ਹੋਵੇ, ਵੀ ਬਹੁਤ ਚੰਗੀ ਕੁਲ ਦਾ ਮੈਂ ਹੈਗਾ, ਸੂਰਜਵੰਸ਼ੀ ਹਾਂ, ਚੰਦਰਵੰਸ਼ੀ ਹਾਂ। ਅਤੇ ਚਤਰ, ਚਤਰ ਵੀ ਬਹੁਤ ਹੋਵੇ, ਇੱਕ ਗੱਲ ਦੀਆਂ 4 ਗੱਲਾਂ ਦੱਸਣ ਵਾਲਾ ਹੋਵੇ, ਇੰਨੀ ਬੁੱਧੀ ਕੰਮ ਕਰੇ। ਮੁੱਖ ਗਿਆਨੀ, ਮੂੰਹ ਦਾ ਗਿਆਨੀ ਵੀ ਬੜਾ ਹੋਵੇ, ਹਾਜ਼ਰ ਜਵਾਬੀ ਬਹੁਤ ਹੋਵੇ, ਪ੍ਰਸ਼ਨ ਅਗਲਾ ਬਾਅਦ 'ਚ ਕਰੇ, ਉੱਤਰ ਪਹਿਲਾਂ ਦੇ ਦੇਵੇ। ਧਨਵੰਤ, ਕਹਿੰਦੇ ਧਨਵਾਨ ਅਮੀਰ ਵੀ ਬਹੁਤ ਹੋਵੇ। ਕਹਿੰਦੇ ਇਹ ਸਾਰੇ ਗੁਣ ਹੋਣ, ਪਰੰਤੂ ਮਿਰਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਜੇ ਕਹਿੰਦੇ ਪਰਮਾਤਮਾ ਦੀ ਪ੍ਰੀਤੀ ਨਹੀਂ ਨਾ, ਉਹ ਮੁਰਦੇ ਦੇ ਤੁੱਲ। ਮੁਰਦੇ ਨਾਲ ਛੋਹ ਕੇ ਅਗਲਾ ਨਹਾਉਂਦਾ, ਉਹਨੂੰ ਪਵਿੱਤਰ ਸਮਝਦੇ, ਕੱਪੜੇ ਬਦਲਦੇ।
ਕਹਿੰਦੇ ਉਹ ਮੁਰਦੇ ਦੇ ਤੋਲਿਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਵਿਚਰਦੇ ਗਏ ਅਤੇ ਉੱਥੇ ਇੱਕ ਮੁਰਦਾ ਪਿਆ ਸੀ, ਮਨੁੱਖ। ਬਘਿਆੜ ਜੰਗਲੀ ਜਾਨਵਰ ਆਇਆ, ਉਹਦੇ ਸਾਰੇ ਅੰਗ ਸੁੰਘੇ, ਖਾਧਾ ਨਹੀਂ, ਚਲੇ ਗਿਆ। ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਮਾਸਾਹਾਰੀ ਜਾਨਵਰ ਆ, ਇਹ ਸੁੰਘ ਸੰਘ ਕੇ ਚਲੇ ਗਿਆ, ਗੱਲ ਕੀ? ਕਹਿੰਦੇ ਮਰਦਾਨਿਆਂ, ਉਹ ਕਹਿੰਦਾ ਬਘਿਆੜ ਤਾਂ ਅੱਗੇ ਹੀ ਬਣਿਆ, ਇਸ ਪਾਪੀ ਨੂੰ ਖਾ ਲਿਆ ਅਤੇ ਪਤਾ ਨਹੀਂ ਅਗਲਾ ਜਨਮ ਭੈੜਾ ਕਿਹੜਾ ਮਿਲਣਾ। ਪੈਰਾਂ ਨਾਲ ਤੁਰ ਕੇ ਧਰਮ ਮਾਰਗ ਨਹੀਂ ਗਿਆ, ਹੱਥਾਂ ਨਾਲ ਕੋਈ ਸੇਵਾ ਨਹੀਂ ਕੀਤੀ, ਦਾਨ ਨਹੀਂ ਕੀਤਾ, ਨੇਤਰਾਂ ਨਾਲ ਮਹਾਰਾਜ ਦੇ, ਗੁਰੂ ਦੇ, ਮਹਾਂਪੁਰਖਾਂ ਦੇ ਸੰਗਤ ਦੇ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਬਾਣੀ ਨਹੀਂ ਸੁਣੀ, ਮੂੰਹ ਨਾਲ ਨਾਮ ਜਪਿਆ ਨਹੀਂ, ਸੰਗਤ ਜਾ ਕੇ ਬੈਠਾ ਨਹੀਂ। ਅਤੇ ਜਾਨਵਰਾਂ ਨੂੰ ਵੀ ਗਿਆਨ ਹੈ ਵੀ ਇਹ ਜਿਹੜਾ ਅਪਵਿੱਤਰ ਆ, ਇਹਨੂੰ ਭੈੜੇ ਨੂੰ ਖਾ ਕੇ ਪਤਾ ਨਹੀਂ ਕਿਹੜੀ ਮਾੜੀ ਜੂਨ ਮਿਲਣੀ। ਮਰਦਾਨਿਆਂ, ਜਾਨਵਰੀ ਦੇ ਲੋ ਗਿਆਨ ਰੱਖਦੇ ਆ, ਬੀਜ ਮੰਤਰ ਸਰਬ ਕੋ ਗਿਆਨ। ਹੁਣ ਆਹ ਮੱਛਰ ਕਿੱਡਾ ਗਿਆ, ਇਹਨੂੰ ਵੀ ਗਿਆਨ ਹੈ ਵੀ ਅਗਲੇ ਦਾ ਖੂਨ ਕਿਵੇਂ ਪੀਣਾ। ਉਹਦਾ ਡੰਗ ਮਾਰਦਾ, ਅਗਲੇ ਨੂੰ ਬੁਖਾਰ ਚੜ੍ਹ ਜਾਂਦਾ, ਬਹੁਤ ਬਿਮਾਰੀਆਂ ਫੈਲਾਉਂਦਾ। ਦੇਖ ਲਓ, ਉਹਨੂੰ ਵੀ ਗਿਆਨ ਹੈ, ਕਿੱਥੇ ਬਹਿ ਜਾ ਉੱਥੇ ਚੱਲ ਜਾਂਦਾ। ਇੱਕ ਦਾਣਾ ਹੋਵੇ ਸਾਰੀ ਰਾਤ ਪਰੇਸ਼ਾਨ ਕਰੂਗਾ, ਡੰਗ ਮਾਰੇਗਾ, ਖੂਨ ਪੀਂਦਾ। ਜੋਕਾਂ ਲੈ ਲਓ, ਹਰ ਇੱਕ ਜੀਵ ਨੂੰ ਆਪੋ ਆਪਣਾ ਜਿੱਥੇ ਜਿੱਥੇ ਹੈ ਆਪੋ ਆਪਣੀ ਖੁਰਾਕ ਦਾ ਗਿਆਨ ਹੈ। ਹੋਰ ਸਾਰਾ ਇੱਕ ਰੱਬ ਦਾ ਗਿਆਨ ਮਾਨਸ ਦੇ ਨੂੰ ਹੋ ਸਕਦਾ। ਹਾਂ, ਮਹਾਰਾਜ ਕਿਰਪਾ ਕਰਦਾ ਕਿਸੇ 'ਤੇ, ਉਹ ਗੱਲ ਵੱਖਰੀ ਹੈ। ਇਸ ਵਾਸਤੇ ਰਵਿਦਾਸ ਜੀ ਕਹਿੰਦੇ ਆ, ਇਹ ਜਾਤੀ ਅਭਿਮਾਨੀਓ, ਭਾਵੇਂ ਮੇਰਾ ਜਨਮ ਜਿਹੜਾ ਉਹ ਸਵਰਨ ਜਾਤੀ 'ਚ ਹੋਇਆ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਭੰਤੀ, ਹਰਾਮ ਗਸਈਆਂ ਜੀ ਕੇ ਜੀਵਨਾ, ਮੋਹਿ ਨ ਬਸਾਰਹੁ ਮੈਂ ਜਨ ਤੇਰਾ, ਮੇਰੀ ਹਰਹੁ ਬਿਪਤ ਜਨ ਕਰਹੁ ਸੁਭਾਈ, ਚਰਨ ਛਾਡੋ ਸਰੀਰ ਕਲ ਜਾਈ, ਕਹਿ ਰਵਿਦਾਸ ਪਰੋਂ ਤੇਰੀ ਸਾਂਭਾ, ਬੇਗ ਮਿਲੋ ਮੋਹਿ ਕਰ ਨ ਬਲੰਗ। ਇਸ ਵਾਸਤੇ ਉਹ ਕਹਿੰਦੇ ਵੀ ਗੱਲ ਹੈਗੀ ਸਿਮਰਨ ਦੀ। ਉਹ ਭਗਤਾਂ ਨੇ ਤਾਂ ਹੋਰ ਵੀ ਬੜਾ ਬਚਨ ਕਿਹਾ, ਜੇ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹਿੰਦੇ ਵੀ ਜੇ ਤੂੰ ਕਹਿੰਦਾ ਮੈਂ ਜਾਤੀ ਦਾ ਵੱਡਾ ਹਾਂ ਅਤੇ ਮਾਤਾ ਦੇ ਪੇਟ ਤੋਂ ਸਾਡਾ ਜਨਮ ਹੋਇਆ, ਤੇਰਾ ਵੀ ਹੋਇਆ। ਇਹ ਤਾਂ ਹੈ ਨਹੀਂ ਵੀ ਤੂੰ ਉੱਚੀ ਜਾਤੀ ਦਾ, ਵੀ ਤੇਰਾ ਜਨਮ ਕਿਸੇ ਹੋਰ ਰਸਤੇ ਰਾਹੀਂ ਹੋਇਆ। ਸੋ ਇਸ ਵਾਸਤੇ ਇਹ ਇੱਕ ਹੰਕਾਰ ਦੀ ਪੰਡ ਹੈ। ਸੋ ਮਹਾਰਾਜ ਕਹਿੰਦੇ ਕਿ ਜਿੰਨੇ ਵੀ ਭਗਤ ਹੈਗੇ ਆ, ਜੇ ਉਹਨਾਂ ਨੂੰ ਵਡਿਆਈ ਮਿਲੀ ਹੈ, ਭਗਤ, ਭਗਤੀ ਅਤੇ ਭਗਵਾਨ, ਤਿੰਨ ਚੀਜ਼ਾਂ ਹੋ ਗਈਆਂ। ਭਗਤ ਹੋ ਗਿਆ, ਭਗਤੀ, ਭਗਵਾਨ। ਭਗਤ ਦੇ ਅਤੇ ਭਗਵਾਨ ਦੇ ਦਰਮਿਆਨ ਇੱਕ ਸ਼ਕਤੀ ਹੈ, ਉਹਦਾ ਨਾਮ ਹੈ ਭਗਤੀ। ਭਗਤੀ ਜਿਹੜੀ ਭਗਵਾਨ ਨਾਲ ਜੋੜਦੀ ਹੈ। ਭਗਤੀ ਹੈ ਤਾਂ ਸਾਰਿਆਂ ਦੀ ਚੰਗੀ ਹੈ। ਮਾਂ ਪਿਓ ਦੀ ਕਰੋਗੇ, ਤੁਹਾਨੂੰ ਜ਼ਮੀਨ ਜਾਇਦਾਦ, ਬੈਂਕ ਬੈਲੈਂਸ, ਘਰ ਮਕਾਨ, ਜੋ ਵੀ ਹੈ ਪ੍ਰਾਪਰਟੀ ਮਿਲ ਜਾਏਗੀ। ਮਿੱਤਰ ਦੀ ਕਰੋਗੇ, ਉਹ ਕਿਸੇ ਔਖੇ ਵੇਲੇ ਕੰਮ ਆਏਗਾ। ਰਿਸ਼ਤੇਦਾਰ, ਕਿਸੇ ਵੱਡੇ ਅਮੀਰ ਦੀ, ਵਜ਼ੀਰ ਦੀ ਕਰੋਗੇ, ਉਹ ਵੀ ਕੋਈ ਸਹਾਇਤਾ ਕਰ ਦੇਗਾ। ਅਤੇ ਜੇ ਸੰਤਾਂ ਦੀ ਕਰੋਗੇ, ਉਹ ਰੱਬ ਨਾਲ ਜੋੜਨਗੇ। ਪਰਮਾਤਮਾ ਦੀ ਕਰੋਗੇ, ਉਹ ਪਾਪ ਬਖਸ਼ ਕੇ ਸਾਨੂੰ ਆਪਣੇ 'ਚ ਮਿਲਾ ਲੈਣਗੇ, ਜੰਮਣਾ ਮਰਨਾ ਕੱਟ ਦੇਣਗੇ।
भगती व्यर्थ नहीं। कई गऊ की सेवा करते, पिंगले है, अपाहज है, रोगी है, बिरध है, फल उसका भी है। ਉਹਦੇ ਨਾਲ ਬੰਦੇ ਨੂੰ ਸੁੰਦਰ ਸਰੀਰ ਮਿਲੇਗਾ, ਸੁੱਖ ਵਾਲੇ ਘਰ ਜਨਮ ਮਿਲ ਜਾਏਗਾ, ਜਸ ਵਡਿਆਈ ਮਿਲ ਜਾਏਗੀ, ਮੁਕਤੀ ਮਿਲਣੀ ਹੈ ਸੰਤਾਂ ਦੀ ਸਿੱਖਿਆ ਨਾਲ, ਪਰਮਾਤਮਾ ਦੀ ਭਗਤੀ ਕਰਕੇ। ਫਲ ਸਾਰਿਆਂ ਦਾ ਹੀ ਹੈ, ਪਰ ਜਿਹੜਾ ਗਿਆਨ ਮੁਕਤੀ ਹੈ ਉਹ ਮਹਾਂਪੁਰਖਾਂ ਤੋਂ ਸਿੱਖਿਆ ਲੈ ਕੇ ਨਾਮ ਦੀ ਕਮਾਈ ਕਰਨੇ ਨਾ ਫੇਰ ਹੋਣੀ। ਸੋ ਇਸ ਵਾਸਤੇ ਇੱਕ ਕੜੀ ਹੈ ਭਗਤੀ ਜਿਹੜੀ ਹੈ। ਪ੍ਰੇਮਾ ਭਗਤੀ ਤੋਂ ਬਿਨਾਂ ਜੀਵਨ ਹੀ ਅਧੂਰਾ। ਅੱਜ ਕੱਲ੍ਹ ਸੰਸਾਰ ਗਿਆਨੀ ਦਾ ਬਹੁਤ ਬਣ ਗਿਆ, ਜਿਹਨੂੰ ਛੇੜ ਲਓ ਬੜੀਆਂ ਗਿਆਨ ਦੀਆਂ ਗੱਲਾਂ ਸੁਣਾਉਂਦਾ, ਪੜ੍ਹ ਲੈ ਗਏ ਲੋਕ, ਪਰ ਭਗਤੀ ਨਹੀਂ ਚੱਲ ਹੈਗੀ। ਮਾਤਰ ਪਿਤਾ ਦੀ ਭਗਤੀ, ਦੇਵ ਚੰਗੇ ਪੁਰਸ਼ਾਂ ਦੀ, ਸਾਧੂ ਸੰਤ ਪਰਮਾਤਮਾ ਦੀ, ਇਹ ਬਿਰਲਿਆਂ 'ਚ, ਇਹ ਭਗਤੀ ਬਿਰਲਿਆਂ 'ਚ ਹੈ। ਸੋ ਇਸ ਵਾਸਤੇ ਤੇ ਜਿਹੜਾ ਭਗਤ ਆ ਉਹ ਭਗਤੀ ਦੇ ਬਲ ਨਾਲ ਭਗਵਾਨ ਨੂੰ ਪ੍ਰਾਪਤ ਕਰਦਾ। ਤੇ ਜਿਹੜਾ ਭਗਤ ਆ ਉਹਦਾ ਹਿਰਦਾ ਸ਼ਰਧਾ ਨਾਲ ਭਰਿਆ ਹੁੰਦਾ, ਪ੍ਰੇਮ ਨੂੰ, ਉਹਨੂੰ ਫਿਰ ਭਗਵਾਨ ਤੋਂ ਬਿਨਾਂ ਦੂਆ ਨਜ਼ਰ ਹੀ ਨਹੀਂ ਆਉਂਦਾ। ਪਰ ਕਈ ਵਾਰੀ ਭਗਤਾਂ ਵਿੱਚ ਵੀ ਦਵੈਸ਼ ਖੜੀ ਹੋ ਜਾਂਦੀ ਹੈ। ਉਹ ਜਿਹੜੇ ਇਸ਼ਟ ਨੂੰ ਮੰਨਦੇ ਨੇ ਉਹਨਾਂ 'ਤੇ ਇਹ ਚਰਾਬਿਆ, ਦੂਏ 'ਚ ਨਹੀਂ, ਇਹ ਭਗਵਾਨ। ਇੱਕ ਵਾਰੀ ਕਹਿੰਦੇ ਜਿਹੜਾ ਹਨੂੰਮਾਨ ਸੀ ਅਤੇ ਭੀਸ਼ਮ ਪਿਤਾਮਹ ਉਹਨਾਂ 'ਚ ਹੋ ਗਿਆ। ਉਹ ਕਹਿੰਦੇ ਵੀ ਤੇਰੇ ਵਿੱਚ ਕੀ ਬਲ ਹੈ? ਉਹ ਕਹਿੰਦਾ ਮੈਂ ਤੀਰ ਮਾਰ ਕੇ ਨਾ, ਤੀਰਾਂ 'ਚ ਤੀਰ, ਦਰਿਆ 'ਤੇ ਪੁਲ ਬੰਨ੍ਹ ਦੇਣਾ। ਉਹ ਕਹਿੰਦਾ ਮੈਂ ਟਪੂਸੀ ਮਾਰ ਕੇ ਤੋੜ ਦੇਣਾ। ਲੈ ਦੇਖ ਲਓ ਗੱਲ, ਉਹ ਪੁਲ ਬਣਾਵੇ, ਉਹ ਟਪੂਸੀ ਮਾਰੇ ਤੋੜ ਦੇਵੇ। ਉਹ ਰਾਮਚੰਦਰ ਦਾ ਭਗਤ, ਉਹ ਕ੍ਰਿਸ਼ਨ ਦਾ, ਹੈਗੇ ਦੋਨੋਂ ਭਗਤ। ਰਾਮ ਅਤੇ ਕ੍ਰਿਸ਼ਨ ਇੱਕੋ ਹੀ ਹੈ, ਪਰ ਹਾਲੇ ਭੇਦ ਬਣਿਆ। ਉਹ ਜੇ ਲੈ ਹੋਇਆ ਫਿਰ ਲੱਗੇ ਆਪੋ ਆਪਣੇ ਗੁਰੂ ਨੂੰ ਚੇਤੇਗਾ ਵੀ ਮਾਰਾ ਮੇਰਾ ਪੁਲ ਨਾ ਟੁੱਟੇ। ਉਹ ਕਹੇ ਪੁਲ ਟੁੱਟ ਜਾਏ, ਮੇਰੀ ਇੱਜ਼ਤ ਤਾਂ ਰਹਿੰਦੀ। ਉਹ ਕ੍ਰਿਸ਼ਨ ਮਹਾਰਾਜ ਅਤੇ ਰਾਮਚੰਦਰ ਕਹਿੰਦੇ ਉਹ ਅਸੀਂ ਤਾਂ ਦੋਨੋਂ ਇੱਕੋ ਹੀ ਹਾਂ, ਤੁਸੀਂ ਸਾਨੂੰ ਪਾੜਾ ਪਾਈ ਜਾਂਦੇ ਸਾਡੇ 'ਚ। ਗੱਜ ਕੇ ਬੋਲੋ। ਕਹਿੰਦੇ ਅਸੀਂ ਤਾਂ ਇੱਕੋ ਹੀ ਹਾਂ, ਅਸੀਂ ਦੋ ਨਹੀਂ। ਭਗਤੀ ਉਸ ਵੇਲੇ ਪੂਰੀ ਹੁੰਦੀ ਹੈ ਜਦੋਂ ਉਹਦੇ 'ਚੋਂ ਭੇਦ ਬੁੱਧੀ ਖਤਮ ਹੋ ਜਾਏ। ਮਹਾਰਾਜ ਕਹਿੰਦੇ ਜਾ ਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਜਿਹਦੇ 'ਚ ਅੰਤਰਾ ਇਹ ਫਰਕ ਹੈ ਨਾ, ਉਹ ਬੰਦੇ ਦਾ ਅਤੇ ਪਸ਼ੂ ਦਾ ਫਰਕ ਨਹੀਂ, ਸਿਰਫ ਦੋ ਸਿੰਘ ਅਤੇ ਪੂਛ ਦਾ ਫਰਕ ਹੈ। ਜਦੋਂ ਏਕਤਾ ਬਿਰਤੀ ਆ ਜਾਂਦੀ, ਦਵੈਸ਼ ਖਤਮ ਹੋ ਜਾਂਦੀ ਹੈ। ਅਤੇ ਜੇ ਮਨ 'ਚ ਦਵੈਸ਼ ਹੈ ਤਾਂ ਉਹਨੇ ਨਾਮ ਕਾਹਦਾ ਜਪਿਆ? ਇੱਕ ਦੋ ਨੇ ਈਰਖਾ ਕਰਦਾ, ਇੱਕ ਦੋ ਨੇ ਘਿਰਣਾ ਕਰਦਾ, ਨਫ਼ਰਤ ਕਰਦਾ, ਨਿੰਦਾ ਚੁਗਲੀ ਫਿਰ ਕਰਦਾ। ਜਿਹਨੇ ਨਫ਼ਰਤ ਕਰੂਗਾ, ਈਰਖਾ ਕਰੂਗਾ, ਅਤੇ ਆਪਸ ਨੂੰ ਸਮਝੂ ਮੈਂ ਬਹੁਤ ਵੱਡਾ, ਦੂਆ ਕੁਛ ਵੀ ਨਹੀਂ। ਆਪਸ ਕੋ ਧੀਰੇ ਕਰ ਜਾਣਾ ਔਰ ਉनको ਲੋਕ ਮਾਤ, ਅਤੇ ਮੈਂ ਬਹੁਤ ਵੱਡਾ, ਬਾਕੀ ਤਾਂ ਐਵੇਂ ਕੀੜੀਆਂ ਕੱਢ ਹੀ ਹੈ। ਫਿਰ ਉਹਦੀ ਨਿੰਦਿਆ ਕਰੂਗਾ। ਅਤੇ ਜਿਹੜਾ ਗੁਰਮੁਖ ਪਿਆਰਾ ਉਹਦੇ ਵਿੱਚ ਦਵੈਸ਼ ਬਿਰਤੀ ਨਹੀਂ ਰਹਿੰਦੀ, ਏਕਤਾ ਬਿਰਤੀ ਆ ਜਾਂਦੀ। ਜਿਹੜੇ ਦਵੈਤਵਾਦੀ ਹੈ ਉਹ ਫਿਰ ਪ੍ਰਚਾਰ ਉਪਦੇਸ਼ ਵੀ ਦਵੈਸ਼ ਦਾ ਕਰਦੇ। ਫਿਰ ਧਰਮ ਦੇ ਨਾਂ ਦੇ ਉੱਤੇ ਡਾਂਗਾਂ ਚੱਲਦੀਆਂ, ਤਲਵਾਰਾਂ ਚੱਲਦੀਆਂ, ਝਗੜੇ ਰਗੜੇ ਕਿੰਨੇ ਹੁੰਦੇ, ਥੋੜ੍ਹੇ ਹੋਏ ਧਰਮ ਦੇ ਨਾਂ 'ਤੇ। ਇਹ ਦਵੈਤਵਾਦੀਆਂ ਦਾ ਕੰਮ, ਧਰਮ 'ਤੇ ਨਹੀਂ ਕਹਿੰਦਾ ਇਹ ਕੰਮ। ਧਰਮ ਦਾ ਬੁਰਕਾ ਮੁਖੌਟਾ ਪਾ ਕੇ ਜਿਹੜੇ ਦਵੈਸ਼ ਦਾ ਉਪਦੇਸ਼ ਦਿੰਦੇ ਆ, ਉਹ ਆਪ ਵੀ ਨਰਕਾਂ ਨੂੰ ਜਾਣਾ, ਦੂਆਂ ਨੂੰ ਵੀ ਸੁੱਟਦੇ ਆ। ਪਰ ਜਿਹੜਾ ਏਕਤਾ, ਕਹਿੰਦੇ ਵੀ ਹਮ ਸਭਨਾ ਕੇ ਸਾਜਨ,
दूर पराय मन का बिरहा तो मेल कियो मेरे राजन। उत्थे तो फिर बगानापन है ही नहीं, ना कोई बैरी नहीं बगाना। हुण भगत इत्थे पहुँच गए कि जिहड़े द्वैतवादी उन्हें नवाब को शिकायत लाती, ये रविदास छोटी जाति का, इनू ठाकरां दी पूजा करने का अधिकार नहीं। अच्छा, सरकारां चाहुंदियां होंदियां भी प्रजा पाटी रहे तो अपना काम चले, उल्लू सीधा रहे, धर्म के नाम तो इहो जिहा होवे, राजनीति के नाम तो वो नहीं करना ही हुंदा है काम राजनीतिकां ने, ये चंगा ये आपस च उलझे रहन। रविदास जी नूं बुला लिया, कहंदे भी आ जाति भमानियां ने तेरे ते शिकायत की है कि तू शूद्र है ते तैनूं ठाकरां दी पूजा का अधिकार नहीं। रविदास जी कहंदे भी फैसला फिर ठाकरां ते रख दिओ, ना इन्हां ते रखो ना मेरे ते रखो, ठाकरे फैसला करन। वो कहंदे वो किवें? कहंदे गंगा के परले किनारे ये अपने ठाकर रख देण, मैं अपने रख दिना। उन्हां ते जे बड़ी चौंकी चंदन के उत्ते चंगा सुनील के कपड़े कुपड़े विछाए, धूप बत्ती करके सारा पूजा आरती सारा किया। रविदास सुन जिमें एक फटे ते रखते, ये उरले पासे जग हवन लग पाया कर, वेदां के मंत्र उचारन लग पाया, मंत्र उचार रहे हैं। वो अपने भगत जी लीन है कि परमेश्वर तेरे आ तैनूं ला जा। वो की होया, वो जिहड़े फटे ते रखे थे ना, जिमें स्टीम वाली बेड़ी जाती हुंदी दौड़ी, एवं दौड़े हुण। वो सारे हैरान पे जड़ मूर्तियां किवें हो गया। और रविदास कहंदे भी हुण तां फैसला परमात्मा दे हत्थ रखिया सी, उत्थे फिर शर्मिंदे बहुत होए। तो जिले फिर ना कोई गल आवे फिर होंदी है, होर तो कुछ हुंदा नहीं। फिर वो धोतियां ही झाड़ के तुर गए। इस करके जिहड़ा भगत आ वो अपनी भगती दे बल नाल जड़ नूं चेतन बना दिंदा। जिहड़ा मूर्ख है वो चेतन नूं जड़ बनाउंदा, भी बुद्धू बना के अपना उल्लू सीधा करना, चेतन बंदे नूं पागल बनाउणा, नशे भला भला पागल कर देना, जां डराउणा ही इन्ना भी अगले की बुद्धि सोनू हो जाए। राजनीतिक बंदे इहो जिहा करदे ने। ते जिहड़े भगत आ वो नाम बाणी की चेतनता बख्शदे। इस करके कहंदे बरकत काहदी हुंदी है, ये बरकत सारी परमात्मा दे नाम दी हुंदी है। इस करके महाराज कृपा करते हैं, चाहे कोई भी संत भगत पिछले युग च होया, मौजूदा जां गां आउण वाला समा, वो भगती द्वारा ही भगवान नूं बस विच करेगा, होर कोई साधन नहीं। सोरठ महला पंजवां, जाके सिमरन सब कश पाइए। कोई ऐसी चीज़ है जिहदे नाल सारा कुछ मिल जाए। हुण माया ना कुछ चीज़ां मिल सकदियां, सारा कुछ नहीं मिल सकता। बड़े बड़े अमीर आदमी जे कोई माया ना तंदुरुस्ती मिल जाए, मिलती है। माया ना मन नूं शांति मिल जाए, माया नाल मन चों ईरखा द्वैश पंज बकार दूर हो जाण, हुंदे आ। कि माया दे बल नाल नींद आ जाए, कईयां नूं नींद ही नहीं आउंदी, दिन रात परेशान है। माया ना कुछ सुख मिलते हैं, सारा सुख नहीं, सारी तरह दी चीज़ां नहीं मिलदियां माया नाल। हुण माया नाल सुआस भी नहीं मिलते, नहीं तो अमीर आदमी जिहड़े लोगों के गरीबों के सुआस ही मुल ले लैण। भेज तो जाना ही नहीं दुनिया तो, इन्ना कुछ बनाया होया छड्डण नूं चित्त करदा। सब जवा के गंधर्व नगर छड्डण नूं किहदा चित्त करदा। इन्नी सोहणी कोठी बनाई है, पानी हांडी तो नीहां लिआंदियां, रंग रोगन पेंट शेंट कराए है, किन्ना कोई समान रखिया, चित्त करदा, पर ले जाण वाला ले जांदा। सो इस वास्ते कहंदे वो किहड़ी चीज़ है जिहदे नाल तुहानूं तन करके मन करके बाणी करके हर तरह की वस्तु हर तरह का सुख प्राप्त हो जाए।
वो पातशाह कहते वो है परमात्मा का सिमरन। जाके सिमरन सब कुछ पाइए, ਉਹਦਾ सिमरन करना सारा कुछ ही प्राप्त हो जाता। संतोख इन्ना आ जाता, कोई भुखे ही नहीं रह जाती, इन्ना संतोख आ जाता, किसी पदार्थ की इच्छा ही नहीं रही, सारा कुछ प्राप्त हो जाता। बिरथी घाल ना जाई, उन्हों की कहते घाल कमाई की हुई व्यर्थ नहीं जाती। ਹੁਣ ਆਪਾਂ कई बार फसल बीजते हैं, गड़े पै जान, आस होंगी भी इन्ना करांगे, कुछ भी नहीं पले रहिंदा। ਜਾਂ दुकानदारी खोली, कई आउंदे प्रेमी बाबा जी ਜਿਹੜੇ ਕਾਰੋਬਾਰ ਨੂੰ ਹੱਥ ਪਾਉਂਦੇ ਆ ਕਿ ਇਹ ਕਾਰੋਬਾਰ ਬਰਕਤ ਇਹ ਹੈ ਨਹੀਂ, ਬਾਅਦ ਸਾਨੂੰ ਪੈਂਦਾ ਹੀ ਰਹਿੰਦਾ ਪਬਲਿਕ ਨੂੰ। ਆਉਂਦੇ ਆ ਲੋਕ ਦੁਖੀ ਹਰ ਤਰ੍ਹਾਂ ਦੇ, ਬਾਬਾ ਜੀ ਮਾਇਆ ਬੜੀ ਖਰਚ ਕੀਤੀ, ਆਰਾਮ ਹੀ ਨਹੀਂ ਆਉਂਦਾ। ਇੱਕ ਤਰ੍ਹਾਂ ਦੇ ਆਉਂਦੇ ਲੋਕ, ਬਿਆਨ ਤਰ੍ਹਾਂ ਦੇ ਆਉਂਦੇ। कई आते जी इन्नी बारी इम्तिहान दिता तो मेरे बैंड ही नहीं आते। अजकल ये बहुत आ, कल कोई कुड़ी आई आखिर 8 बारी फेल हो गई हैं, ये नंबर नहीं आते। तो मैं क्या नहीं आते तो इत्थे रोटी खाई है, जरूरी बाहर दौड़ना? खाने तो फुल गई है, वो हर थां मिली जाने जो प्रारब्ध हैगी, पर वो जी मन च भटकना वो टिका नहीं बन देंदी। टिका बनता नहीं, शांति नहीं, अशांत। पर कहते जे सिमरन करिए ना फिर शांति आ जाती है। बिना संतोख भूखा नहीं राजे। वो संतां को चले गया ना, कहता महाराज को खुला गफ्फा जा दे दियो। उन्हें 4 मोमबत्तियाँ देती, कहते लेके जगह के पूर्व वाल चल जी, जिथे बुझ जाए उतों जगह पुट ली, तेनों सोना मिलेगा। जे फिर तृप्ति नहीं, दूजी देह चल जी, जिथे बुझेगी चांदी मिलेगी। तीजे पास चल जी, उथे हीरे जवाहरत मिलणगे। चौथे पासे नहीं जाना। हुण जगा के गया, जिले पुटे तो सही, कहंदा ले तो हुण खजाने अपने ही हैं। फिर संत खचरा बड़ा सी, फिर असली चीज़ चौथे पासे, तां मैनूं रोकिया भी उधर ना जाए। बचन तो यकीन नहीं किया, अमोड़ हो के लालच लोभ दे बस उधर दौड़ गया। जिले जाके जगह पुटी, अंदर एक भोरा निकलिया, बाहरों दरवाजा बंद, कुंडा बाहरों लगा। वो खोल के अंदर गया, एक बुढ़ड़ी माई चक्की पी रही है। वो कहती बे भाई है चक्की फड़ी थोड़ी जी, गाला पाई, मैं बाहर कोई क्रिया करेंगा। वो चक्की नूं फड़ाती, वो बाहर आके कुंडा लाता माई ने। कहते ये तू की कीता? कहते मैं भी मोमबत्तियों के चक्कर च पई सी, तृष्णा की बधी हुई। हुण तेरे नों बड़ा तृष्णालू आऊगा तो तैनूं कढूगा। तू मेरे नों ज़्यादा सी ते मैं तैनूं फसाता, हुण आऊगा तैनूं कढू। बस इस तरह महाराज कहते कोट जोर है, लाख करोड़ है, माना हो रहा है, पर है पर ही कोलू जी। करोड़ा होंदा कहंदा अरब हो जाए, खरब हो जाए, गांह ते गांह। बस बाबा करम सिंह होती मरदाना महापुरुषों के फौजी आ गया, महाराज माया का खुला गफ्फा बख्श। वो कहते बड़ा सोहना गुजारा हो जाता, भजन करया कर। नहीं महाराज कहते ले तैनूं साखी सुणाउने। कहते एक लाला जी सीगे बड़े अमीर, ते नेड़े सी मरासियां का घर। उन्हें तुड़के छमके लाने, ढोल टमाका खड़कना, हाँ जी, रंग रलियाँ, तुड़के छुड़के एन समैल आनी 4 सफेरे। वो कराड़ी कहन लगी भी लाला जी कादी माया, साढ़े घरों मूंगी नहीं निकलती, कदी साबती, कदी धोमी, कदी दफाड़। क्या मरासी चंगे हैं किमें छकदे सी ढोल टमके खड़कते। वो कहते भी इस तरह ही हाँ, आपां पिया 99 के गेड़ च, वो इस गेड़ च पै नहीं। मंगिया चुंगिया छक छका लिया मौजा। कहते वो किमें? कहते दिखाल देने तैनूं। उन्हें की किया 99 रुपये जड़े सी ना लपेट के शनील की लीर च खुदो जी बना के ना, चांदी जिमें हुण चाननी है, वो कंध तो उन्हें घर सुटते। वो जिले मीरजादा उठिया, उनके ये चीज़ की रिश्क दी है। फिल्म सितारे जे लाए से,
जिले चुकिया तो खोलिया तो बिच 99 रुपया। वो घर वाली नूं कहंदी तूं कल फलाने माइए ते गई सी उत्थों रुपया लिया सी, आपां 100 बना लीए। 99 तो 100 हो गए, फिर 199 हो गया, हुण एक रलाइए 200, फिर 299 एक रलाइए 300, 399 400, 400 एक रलाइए 500। कहते हुण ढोल ढमके बंद करिए, बीबो का ब्याह भी करना। बिल्कुल सुसरी मूँह सौ गया। वो कराड़ी नूं कहंदा भी हुण खड़का दड़का हुंदा टुट के जम के, कहंदे हुण नहीं। कहंदे हुण की गल? कहंदे वो भी साडे मूँह 99 के गेड़ च पै गए। तो मरासी नूं कहण लगा लाला की गल मीरजादिया हैं हुण समैल नहीं आउंदी, ढोल ढमका नहीं खड़कदा। कहंदे महाराज तुसीं बड़े बने टीचरां करदे आ, असीं गरीब आ, ते अगे बड़ा सी। कहंदे हुण फिर 99 गेड़ पै गया। उदों तो मरासू नूं कहंदा भी अल्लाह ताला ने दिते ये, हुण पता लगा भी लाले की शरारत सी। गज के बलोस हैओं दुनिया फिरो, ऐओं गांह ते गांह सबर नहीं संतोख नहीं, बिना संतोख भूखा नहीं राजै। तृप्ति अज दुनिया ऐओं दुखी है, भटकना लगी है। देश छोड़ परदेसा धाया, पंच चंडाल नाले लै आया। जिथे जाते हो नाले ही है, किस्मत जिथे मर्जी चल जाओ उथे नहीं है। उथे हरियां बेलियां एक हुंदा सी, वो महापुरखां दे साथे ना 7वें पातशाह ਉਹਨੂੰ थे आ 5 कगारां की दुकान लाउणी। फिर हो गया बाहर चलीए, बाहर चला गया मियाँ बीबी। उत्थे हुण रेलां चलदियां, कंप्यूटर नाल रेलां चलदियां चलाउंदे आ, तो वो ऐटोमैटिक सारे फाटक हुंदे आ, बंदा तो कोई हुंदा नहीं। तो अपने लोगों मैं दवसड़ निकल जा, तो गड्डियां उत्थे एक सेकंड भी नहीं हुंदा टाइम, अपने वाली गल तो है नहीं। उन्हें कढ़ीए तो गड्डी आ रही सी, तो ऐटोमैटिक डंडा जिहा डिग्या, एक दी धौण वड्डी गई, दूए दियां लत्तां पट्ट तो वड्डियां गईयां। गए सी कमाई करन, मत्था नाल ही है, जिथे मर्जी चल जाओ वो नाल ही है। पर बेसबरा जो बंदा हुंदा, बहुती नूं पिया जिहड़ी अगली वो भी गवा के बह जांदा। पंजाबी की कहावत ना, बहुता मूँह अड्डिए मक्खियां पैनियां, वो हाल है। सो इस वास्ते कहंदे जे सारा कुछ प्राप्त करना वो है परमात्मा का सिमरन। उहदे करने ना जिन्हों शांति आ गई, मन शांत हो गया, उन्हें सब कुछ प्राप्त हो गया। तो जिहदा मन अशांत आ, घर च किन्ने पदार्थ पे आ, कला कलेश है, एक दूए नूं खाऊं बड़ू करी जाते, तो पदार्थ माया की करूगी? कोई है शांति? शांति नहीं है। गुरुद्वारे के अंदर कुर्सी ना डाया करो, बाहर कर लिया करो, क्योंकि महाराज को करांगे फिर होर गोडे ज़्यादा जुड़ जाएंगे, ये तो बहुत औखा हो जू। इत्थे आके झुकना है तो ठीक है, बस नहीं हुंदा कईयां दे, और बाहरले पासे डाले, ठीक है ना। तो महाराज के चरनां 'च बैठो। सो इस वास्ते महाराज कहते जाके सिमरन सब कछ पाइए। ਉਹਦਾ सिमरन करने ना सारा कुछ प्राप्त हो जाता। सारा कुछ जदों संतोख आ गया, ये सब कुछ आ गया। तो बेसंतोखे को किन्ना होवे, फिर भी सबर नहीं। तो महाराज कहते बिरथी घाल ना जाए। जिन्हों ने गुरु नानक साहब के घर में कोई घाल सेवा की ना, वो व्यर्थ नहीं जाती। एक दाना बीजो कणक का तो सिट्टे च किन्ने निकल आते हैं। धरती माता रखती है, किन्ने वधा के दिंदी है। तो जे महाराज के घर च बीज बीजांगे, ये घटूगा कि बढ़ेगा? 7वें पातशाह इतिहास साखी आती है, एक चिड़ा चिड़ी सी, वो गरीब सी बहुत, उत्थे वो रहिंदे सी आलना जा पा के। उन्होंने मन च असीं भी रहने इत्थे आसरे इन्हां दे, भी इन्हां नूं कोई सुख वाली जिंदगी बतीत कर लैण, वाधा हो। उन्हां दे बोल चों दाने चक के ना चिड़े चिड़ी ने ते गुरु घर दे बोल च सुट्टी जाने। वो हुण आटा बनना, संगत ने छकना,
वाधा होने लग पिया। जिसले माया खुली आ गई कि कोठी बना लीजिए, जिमें अजकल शौक बहुत है कोठियां का, कोठी बना लीजिए। कोठी बनाई, वो बेचारे आ लेना पाउन रोशनदान च चक के सुट देन, ये गंद पाउंदे। उन्हीं कहा देखो असीं इन्हां दी कित्थे तक कीता, हुण साडे 4 तीले भी इन्हां नूं चुभदे आ, आलणे दे 4 तीले चुभण डाया। हाँ जी, उन्हीं बेचारे ने फेर रखने, फेर सुट देने। वो कहते चंगा फिर उन्हीं जी फिर उत्थों धर्मशाला के दाने लिया के इन्हां दे बोझ च सुट्टने शुरू करते पूजा दे। बस मुड़ के उत्थे आ गया जिथों गए सी, उत्थे आ के डिग पे। फिर सो इस करके कहते जे कोई शरधा ना घाल करदा उत्थे बरकतां आ जानियां। साढ़े उत्थे डेरे दे नेड़े एक प्रेमी हुंदे सी, उन्हां दे खेत जे उवें पए होने, तो महाराज होनी कहते हर फल वाले महाराज कहते भी आ देखो सारिਆਂ ਦੀ फसलां लैबर शैबर, ਇਹਦੇ की गल, धरती तो ਉਹੀ है, ये गल की है। कहते महाराज आप कृपा करो। कहते रोटियां जाके सारा टब्बर गुरुद्वारे खांदा, इन्हां दी परा रब उत्थे चल जाती तो इत्थे रब की देवे इन्हां नूं। ये रोटियां जाके गुरुद्वारे खांदे आ, वो जिहड़ी इन्हां दी परा रब तो उत्थे चल जाती है, तो खेत विच की होना, तो बाकी उही कुछ है, तो सेवा करनी नहीं। सेवा थोड़ी मंगन बहुता, इस तरह है। तो महाराज कहते बिरथी घाल ना जाइए, घाल कमाई करिए फिर व्यर्थ नहीं जाती। बंदा बंदे दे मजूरी तो 8 घंटे 10 घंटे 12 घंटे कर लो खड़ी लत्ते, पर गुरु ग्रंथ साहब दे 5 मिनट चौर करना भी औखा। गज के बोलो, बहुत औखा। गुस्सा ना करो। पाठी नूं 5 मिनट पाठी लेट छड्डे ना, वो मंजी साहब दे पावे भरन लग जाता, घंटी खड़काई जाऊगा। तो बाबा नानक सिंह कहते सी जिसले पाठी रौल ला के हटे 15 मिनट चौर करे, वो जी रौल लाई वो तो ले ली पूजा, तो जोड़ा 15 मिनट चौर किया वो हो गई सेवा। पर औखा बहुत है। तो साढ़े तो उत्थे हुण की दसिए तुहानूं, एक ज्ञानी जी 60,000 तनख्वाह, तो जिले मुलाजम चले जाते ना उधर दोवें गुरपुरब, वो मैनेजर साहब ने कहा भाई तुसीं 2 घंटे ड्यूटी दिया करो। कहता जी मैं कथावाचक, मैं चौर। वो कहते हद होई। कहते तेरी तनख्वाह कितनी है? कहते 60,000। कहते 5-5 हज़ार दईए ना 12 बंदे रखे जाने, 24 घंटे हो जाने। तो लिख दे, पहला तो लिखता, तो जिले खाने हो गई 60 ये, तो उत्तों चढ़ावा जिले संगत घर च बुलाउंदियां उत्थों भी मिलता गफा। फिर निकल पैरों थलों मिट्टी निकली, तो फिर लिया के मैंबरां नूं माफ़ी मंगी। दिन रात उपदेश करते संत साध नूं ना मनियो, गुरु ग्रंथ साहब नूं मनना, तो गुरु ग्रंथ साहब नूं चौर करने हतक समझते हैं। ये हाल है। तो जिन्हां दी निंदा करते उन्हें सारी सारी रात चौर कीते, सेवा कीतियां, तो गुरु ग्रंथ साहब की सेवा कर कर बड़ियां बरकतां लईयां। सारी रात सुखमनी भजनगढ़ होया, बाबा बचन सिंह जी पाकिस्तान महापुरख, सारी रात सेवा। चंडोल बनाया झूटे देने, संगतां पालकियां चक चक ले जांदियां सी महापुरखां नूं। कहंदे महाराज इन्ना, कहंदे मैं अपने इष्ट दा कीता, उन्हीं मेरा कराता। गज के बोलो। तो उन्होंने चेले पंडित प्रीतम सिंह जी महाराज भावें दिहाड़ी 50 बारी आउण, उन्हीं महाराज नूं नमस्कार उवें ही करनी, दंडवत प्रणाम। तो संगतां नूं सुखमनी साहब बहुत पढ़ाउणे, शरधा। अजकल तो हुण कहते भी रमाला कोई लावे, दूजा करे, भी आपां तां भई हैड होए। सेवा वाली भावना, भगती वाली भावना चले गई। इस करके महाराज कहते जे सेवा करिए ना शरधा ना, वो घाल व्यर्थ नहीं जाती है। और फिर सच्चे पातशाह दसदे तिस प्रभ त्याग अवर कत रचो। कहते उस प्रभु नूं त्याग के होर किहड़ियां चीज़ां नाल रचे मिचे फिरदे।
थोड़ा मन रचाया होया, उधर तो मन जाता ही नहीं, उधर नहीं मन जाता। वो गुरु नानक साहब गए बुढ़े नूं कहंदे भजन करिया कर, कहंदे लै बाबा तेरा कहना मन के भजन करन लां आपां मुंडे सब कुछ लटा देणगे। तो साडे देश 'च मुंडा भावें पोतियां वाला हो जाए उहनूं काका ही कहणगे, इहनूं हाले पता ही कुछ नहीं, ਉਹਨੂੰ ਪੈਰਾਂ 'ਤੇ ਸਟੈਂਡ ਹੀ ਨਹੀਂ ਕਰਨ ਦੇਣਾ। ਸਾਡੇ ਦੇਸ਼ ਦਾ ਇਹੋ ਜਿਹਾ ਪੁੱਠਾ ਰਵੱਈਆ। ਅਤੇ ਗੋਰੇ 18 ਸਾਲ ਤੋਂ ਬਾਅਦ ਚੱਲ ਵੀ ਸਾਡੇ ਨੇ ਰਹਿਣਾ ਅਤੇ ਖਰਚਾ ਦੇ ਨਹੀਂ ਚੱਲ। ਪੰਛੀ ਵੀ ਬੋਟ 'ਚੋਂ ਮਾਰਦੇ ਚੱਕ ਕੇ ਫੰਘ ਖੁੱਲ੍ਹਦੇ ਫਿਰ ਉੱਡਣ ਲੱਗ ਪੈਂਦਾ ਕਿ ਹੁਣ ਤੈਨੂੰ ਚੋਗਾ ਬਥੇਰਾ ਦੇਤਾ, ਸਾਰੀ ਹੁਣ ਠੇਕਾ ਥੋੜ੍ਹੀ ਲਿਆ। ਪਰ ਅਸੀਂ ਛੱਡਦੇ ਹੀ ਨਹੀਂ, ਇੰਨਾ ਮੋਹ ਜਾਲ 'ਚ ਫਸੇ ਹਾਂ। ਭਾਵੇਂ ਨਰਾਦਰੇ ਹੀ ਕਰਨ ਫਿਰ ਵੀ ਨਹੀਂ ਛੱਡਦੇ। ਉਹ ਫਿਰ ਮਰ ਗਿਆ ਜੀ। ਫਿਰ ਅੱਗੇ ਬੌਲਦ ਦੀ ਜੂਨ, ਫਿਰ ਮਾਰੇ ਕੰਨ ਮੁੜਿਆ, ਕਹਿੰਦੇ ਲੈ ਮੈਂ ਮਰ ਗਿਆ ਇਹਨੂੰ ਹੋਰ ਖਰੀਦਣਾ ਪਊ। ਫਿਰ ਜਾ ਕੇ ਸੱਪ ਦੀ ਜੂਨ 'ਚ ਭਗੂੜੇ 'ਚ ਬੈਠਾ। ਹੁਣ ਘਰ ਦੀਆਂ ਥੋੜ੍ਹੇ ਬੜੇ ਬੁੜਾ ਤੁਰਿਆ ਫਿਰਦਾ। ਫਿਰ ਸਿਰੀ ਭੰਨੀ, ਫਿਰ ਗੰਦੀ ਨਾਲੀ ਦਾ ਕੀੜਾ ਬਣਿਆ, ਉੱਤੇ ਸਾਰਾ ਗੰਦ ਪਵੇ ਸ਼ਹਿਰ ਦਾ। ਕਹਿੰਦੇ ਜੀ ਹੁਣ ਕੱਢੋ, ਕਹਿੰਦੇ ਜੇ ਪਹਿਲਾਂ ਮੰਨ ਲੈਂਦਾ, ਪਰ ਮੰਨਦਾ ਨਹੀਂ ਕਿਉਂਕਿ ਉਹ ਪੌੜੀ ਦੇ ਉੱਪਰਲੇ ਡੰਡੇ ਤੋਂ ਡਿੱਗਿਆ ਫਿਰ ਥੱਲੇ ਤੁਰਿਆ ਜਾਂਦਾ ਨਾ। ਇਸ ਤਰ੍ਹਾਂ ਹੀ ਆ, ਪਰ ਸਮਝਦਾ ਨਹੀਂ ਹੈ। ਇਹਨੂੰ ਸਮਝਾਉਣ ਵਾਸਤੇ ਕਿੰਨੇ ਸਕੂਲ, ਕਾਲਜ, ਯੂਨੀਵਰਸਿਟੀਆਂ, ਮੰਦਰ, ਮਸੀਤਾਂ, ਪਗੋਡੇ, ਗੁਰਦੁਆਰੇ ਬਣੇ ਹੋਏ ਆ, ਕਿੰਨੇ ਗ੍ਰੰਥ ਪੰਥ ਬਣੇ ਹੋਏ ਆ। ਇਹ ਬੰਦਾ ਇੰਨਾ ਢੀਠ ਹੈ, ਸਮਝਦਾ ਨਹੀਂ। ਫਿਰ ਮੂਰਖਾਂ ਦੇ ਟੋਲਿਆਂ ਦੇ ਟੋਲੇ ਬਥੇਰੇ ਘੁੰਮਦੇ। ਬਿਰਲਾ ਹੈ ਜਿਹੜਾ ਅਕਲ ਲੈਂਦਾ, ਵਿਚਾਰ ਲੈਂਦਾ। ਪਾਤਸ਼ਾਹ ਕਹਿੰਦੇ ਆ ਤਿਸ ਪ੍ਰਭ ਤਿਆਗ, ਉਸ ਪ੍ਰਭ ਨੂੰ ਤਿਆਗ ਕੇ ਅਵਰ ਕਤ ਰਾਚੋ। ਅਵਰ ਜਿਹੜੀਆਂ ਹੋਰ ਚੀਜ਼ਾਂ ਨੇ ਕਤ ਮੈਨੇ ਕਾਹਦੇ ਵਾਸਤੇ ਰਚੇ ਮਿਚੇ ਆ। ਇਹ ਜਿੰਨਾ ਮਰਜ਼ੀ ਕਰ ਲਓ, ਇੱਕ ਦਿਨ ਠਾਠਾ ਬਾਗਾ ਛੱਡਣਾ ਪੈਣਾ। ਜਿੱਦਣ ਆਇਆ ਸੀ ਖਾਲੀ, ਜਿੱਦਣ ਜਾਣਾ ਫੇਰ ਖਾਲੀ। ਆ ਵਿਚਾਲੇ ਵਿਚਾਲੇ ਕਿੰਨੇ ਅਡੰਬਰ ਕਰੀ ਬੈਠਾ ਹੈ। ਜੋ ਸਾਹਮਣੇ ਰਹਿ ਸਮਝ ਉਹ ਪਰਮਾਤਮਾ ਸਾਰਿਆਂ 'ਚ ਸਮਾ ਰਿਹਾ। ਪ੍ਰਹਲਾਦ ਦਾ ਯਕੀਨ ਬਣ ਗਿਆ। ਉਹ ਕਹਿੰਦਾ ਤੱਤੇ ਸਮਝ ਹੈਗਾ, ਕਹਿੰਦਾ ਹਾਂ। ਉਹਨੇ ਗੁਰਜ ਮਾਰੀ ਮਲਤਾਨ 'ਚ, ਥੰਮ ਤਾਂਬੇ ਦਾ ਸੀ, ਲਾਲ ਕੀਤਾ। ਕਹਿੰਦਾ ਜੱਫੀ ਪਾ, ਜੱਫੀ ਪਾ ਲਈ। ਅਤੇ ਭਾਈ ਗੁਰਦਾਸ ਕਹਿੰਦਾ ਥੰਮ ਪਾੜੋ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਜਗਾਤ। ਕਹਿੰਦਾ ਇਹਦੇ 'ਚ ਵੀ ਹੈਗਾ। ਜੇ ਵਿਆਪਕ ਹੈ ਫਿਰ ਤਾਂ ਹਰ ਚੀਜ਼ ਵਿੱਚ ਇਹ ਹੈਗਾ। ਪਰਛੇਨਿਆਂ 'ਤੇ ਇੱਕ ਦੇਸ਼ ਵਿੱਚ ਹੋਊ, ਇੱਕ ਜਗ੍ਹਾ ਹੋਊ। ਜਿਹੜਾ ਵਿਆਪਕ ਉਹ ਤਾਂ ਕੋਈ ਜਗ੍ਹਾ ਹੈ ਹੀ ਨਹੀਂ, ਜਿਵੇਂ ਆਕਾਸ਼ ਹਰ ਜਗ੍ਹਾ ਨਜ਼ਰ ਆਉਂਦਾ। ਅਤੇ ਜਿਸ ਨੇ ਇਹੋ ਜਿਹਾ ਆਕਾਸ਼ ਕਿੰਨੇ ਕੁ ਬਣਿਆ, ਉਹ ਕਿੰਨਾ ਕੁ ਵਿਆਪਕ ਹੋਏਗਾ। ਜੋ ਸਾਹਮਣੇ ਰਹਿ ਸਮਾਈ, ਉਹ ਸਾਰਿਆਂ 'ਚ ਸਮਾਇਆ ਹੋਇਆ। ਹਰ ਹਰ ਸਿਮਰੋ ਸੰਤ ਗੋਪਾਲਾ। ਕਹਿੰਦੇ ਇਹ ਸੰਤ ਜਨੋ ਹਰੀ ਹਰ ਪਰਮੇਸ਼ਰ ਗੋਪਾਲ, ਜਿਹੜਾ ਪ੍ਰਿਥਵੀ ਦਾ ਪਾਲਕ ਰੱਖ ਗਿਆ, ਉਹਦਾ ਸਿਮਰਨ ਕਰੋ। ਉਹਦਾ ਸਿਮਰਨ ਕਰਨੇ ਨਾਲ ਸਾਰੀਆਂ ਦਾਤਾਂ ਮਿਲ ਜਾਂਦੀਆਂ। ਸਾਧ ਸੰਗ ਮਿਲ ਨਾਮ ਧਿਆਵੋ। ਸਾਧੂਆਂ ਦੀ ਸੰਗਤ 'ਚ ਮਿਲ ਕੇ ਨਾਮ ਧਿਆਵੋ, ਕਿਉਂਕਿ ਨਾਮ ਦਾ ਉਪਦੇਸ਼ ਸੰਤ ਨਹੀਂ ਦੇਣਾ। ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ, ਰਾਮ ਜੋ ਤਾਤਾ ਮੁਕਤ ਕੋ ਸੰਤ ਜਪਾਵੈ ਨਾਮ। ਹੁਣ ਚੋਰ ਕੋਲ ਬੈਠੋਗੇ ਉਹ ਨਾਮ ਜਪਣ ਦਾ ਉਪਦੇਸ਼ ਦੇਊਗਾ? ਉਹ ਤਾਂ ਕਹੂਗਾ ਫਲਾਨਾ ਘਰ ਕਿਵੇਂ ਲੁੱਟਣਾ, ਡਾਕੂ ਬਦਮਾਸ਼। ਕੋਈ ਲੀਡਰ ਕੋਲ ਜਾਓਗੇ ਉਹ ਤਾਂ ਕੋਈ ਠਿੱਬੀ ਕਿਵੇਂ ਲਾਉਣੀ, ਆਪਾਂ ਕੁਰਸੀ ਕਿਵੇਂ ਪ੍ਰਾਪਤ ਕਰਨੀ ਹੈ। ਜਿੱਥੇ ਕੋਈ ਲੱਗਾ ਵਪਾਰੀ ਕੋਲ ਬੈਠੋ, ਵਪਾਰ ਦੀਆਂ ਗੱਲਾਂ ਹੈਂ। ਮੰਗਣ ਚੁੰਗਣ ਵਾਲਾ ਕੋਈ ਚੱਲ ਜਾਓ, ਵੀ ਅੱਜ ਦੀ ਦੁਕਾਨ ਤੋਂ ਕਿਵੇਂ ਮੰਗਣਾ। ਹਰ ਇੱਕ ਬੰਦਾ ਜਿਹੋ ਜਿਹੇ ਪਾਸੇ ਲੱਗਾ ਉਹੋ ਜਿਹੀ ਸਿੱਖਿਆ, ਉਹੋ ਜਿਹੀਆਂ ਉਹਦੀਆਂ ਗੱਲਾਂ ਹੁੰਦੀਆਂ। ਅਤੇ ਨਾਮ ਦੀ ਗੱਲ ਕਿੱਥੋਂ? ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ। ਸੰਤਾਂ ਮਹਾਂਪੁਰਸ਼ਾਂ ਤੋਂ ਪ੍ਰਭੂ ਦੀ ਗੱਲ ਸੁਣੀ ਜਾਊਗੀ। ਜਿਹੜੇ ਈਰਖਾਲੂ ਆ ਉਹ ਈਰਖਾਂ ਦੀਆਂ, ਨਫ਼ਰਤ ਦੀਆਂ, ਕਿਰਨਾਂ ਦੀਆਂ, ਨਿੰਦਿਆ ਚੁਗਲੀ ਦੀਆਂ ਗੱਲਾਂ ਕਰਨੀਆਂ। ਉਹ ਪਿੱਛੇ ਜਾ ਕੇ ਚਲੇ ਗਿਆ, ਪ੍ਰੋਫੈਸਰ ਕਹਾਉਂਦਾ ਸੀ ਰੱਬੋਂ ਉੱਚੀ। ਉੱਥੇ ਗਿਆ ਤਾਂ ਜਿਉਂ ਭੰਡੀ ਪ੍ਰਚਾਰ ਕੀਤਾ, ਉਹ ਫਿਰ ਸੰਗਤ ਖੜ੍ਹ ਗਈ। ਕਹਿੰਦੇ ਅਸੀਂ ਤਾਂ ਤੈਨੂੰ ਇੰਨਾ 16,000 ਰੁਪਇਆ ਦੇਣਾ ਸੀ, ਕੋਈ ਨਾਮ ਬਾਣੀ ਦੀ ਗੱਲ। ਹਾਂ ਤੂੰ ਕੀ ਸੁਣਾਉਣ ਡਿਆ ਸਾਨੂੰ? ਇਹ ਸੁਣਨ ਵਾਸਤੇ ਸੱਦਿਆ ਤੈਨੂੰ?
असीं नाम वास्ते सद्दिया, भजन वास्ते सद्दिया, परमात्मा का जस सुनने लई सद्दिया तैनूं। हा की कर रहा तूं? ते कईयां दा तो काम ही ये है, तो जिहड़ी थाली च खाना उह च छे करना। जिहड़े गुरु दे द्वारा संगत पूजा करती है, उहदी बाणी उत्ते, उहदी रहत मर्यादा ते, उहदे रब दे प्यारिਆਂ ते किंतु परंतु करी जाने। कईयां दा तो हुण सुभाਅ ये बनिया, वो कहते जिन्ना किसी दी मिट्टी पुटांगे उन्ने पैसे ज़्यादा मिलणगे। तो जिहड़े लोग है वह भी फेस मशकरे बन जाते। मशकरे ने गल्लां सुन के मशकरे ही बनना। कथा वार्ता सुन के बंदे दी समाधि लगे, शरधा भगती पैदा होवे, विराग पैदा होवे, नाम सिमरन नाल रुचि जागे, सेवा वाला भाव होवे, शरधा वाला भाव होवे, फिर तो होई कथा वार्ता। पर इन्हां लोकां दा कईयां दा तो काम ही है निशरधा करी जाना। सो इस पर के महाराज कहते हैं, हर हर सिमरो संत गोपाला। हे संत जनों, गोपाल दे नाम का सिमरन करो। साध संग मिल नाम, संतां जिन्हें अपना साधिया है, उन्होंने महापुरखों की संगत करके उहदे नाम नूं ध्याओ। पूर्ण होवे घाला, तुहाडी घाल कमाई की सफल हो जाएगी, सफल हो जाएगी, सफल। क्योंकि ऐसा बीज है जिहड़ा 12 महीने फलीभूत होंदा। एक तो होंदा 6 महीने फसल आ गई, 2 महीने आ गई, ये तो 12 महीने फलदा नाम जपया। पर यह जपना औखा बहुत है। आखण औखा साचा नूं। वो सानू एक बार उत्थे कोकरी संतां को पढ़ते लै गया, वो माई बड़ी बीमार। मैं कहा माई बोल सतनाम। वो कहती तू मैनू मारन वास्ते आ गया, मैं तो हाले पोते पोतियां का ब्याह करना। गज के बोलो। उन्होंने फिर जे राम कहा तो मेरी मौत आ गई। एक वो बाणियाँ, उन्होंने कहना नाम जप राम, कहता तो करे जिन मरना होवे। ये नहीं पता भी जीवन है ये परमेश्वर के नाम च सदा रहने वाला परमात्मा, उहदा नाम जपांगे जीवन मिलेगा। और उन्हें कहा भी हुण करिए किवें, ये राम कहता नहीं। उहदा जिहड़ा जवाई सी उहदा नाम सी राम लवाया। वो कहते इनू मोहरे खड़ो पे बहाने ने ना निकलो। कहते बापू ये कौन है? वो कहता मेरी कुड़ी का खसम है। और राम अखर फिर नहीं निकलिया, वो नहीं मूँह निकलिया। तो जे कोई कहता ज्यों ज्यों राम कहे जन उच्चे नर निंदक डांस लगाए जन बिछू डसाना, उन्होंने तो ऐं दुख होंदा भी बिछू डंग मारदा रब का नाम सुन के। अब सारी सारी लच्चर गीत गंद सुनी जाणगे हैं। कोई नहीं कहूगा आ अश्लील आ, जे बाणी की गल आ कहणगे अश्लील गल्लां लिखियां। दुनिया का हाल ही बनया। आ गंद सारा दिन देखते टैलीविजन च, अर्ध चित्र नंगेज, पूरे नंगेज। जिथे बाणी सिक्ख्या वास्ते मारन किया, कहणगे ये तो जी अश्लील है। अश्लीलता कौन तुसीं करदे? अश्लीलता होर कौन करदा? अपनी अश्लीलता दीदी नहीं। तो गुरु साहब ने जे अश्लीलता दूर करने का उपदेश दिता, उत्ते किंतु करनी ना लोगों ने। ये मनमुखां का मनमुखा मैला आचार, इन्हां दा आचार मैला। वो मैले नूं सारे मैले दीदी ना। अपने अंदर कमजोरी हुंदी है, वो फिर जिहड़े बाणी पढ़ते ना ठोकर बजदी, सो फिर निंदिया करते। सो इस कारण महाराज कहते कि भाई साध संगत मिल नाम ध्याओ। उन्हों की संग च मिल के करना कि गप गपौड़ा नहीं, निंदिया चुगली नहीं करनी, उत्थे जाके नाम नूं ध्याना। हुण तुसीं चले जाओ गुरुद्वारे, इन्नी दुनिया जाती है, बस सैल्फियाँ लई जाते, कथा नहीं सुननी, कीर्तन नहीं सुनना, हेड हेड करते दगड़ दगड़ करते तुरे फिरते परिक्रमां च। कोई शरधा नहीं, कोई भगती नहीं, कोई प्यार नहीं, कोई सेवा नहीं, कोई सिमरन नहीं, कोई सत्संग नहीं। तमाश भी नहीं बनाई हुई है लोगों ने। तीर्थां ते जाना तो हैगा ना, तीर्थ नहावन जाओ, तीर्थ नाम है, तीर्थ शब्द विचार अंतर ज्ञान है। वो तो गल्लां ही रह गई ने। सो इस वास्ते बिरले बंदे है जिहड़े भै विच अदब विच जांदे। महाराज हरखवाले नूं सरदार हजारा सिंह बसंत सिंह जिन्हें संधू मिनिस्टर है ना, संधू बसां अमृतसर चलदियां, वो प्रेमी सी।
ਕਹਿੰਦੇ ਮਹਾਰਾਜ ਦਰਬਾਰ ਸਾਹਿਬ ਜਾਈਦਾ, ਸ਼੍ਰੀ ਗੁਰੂ ਰਾਮ ਸਾਹਿਬ ਦਰਸ਼ਨ ਨਹੀਂ ਹੁੰਦੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਕਹਿੰਦੇ ਚੰਗਾ ਫਿਰ ਜਿਵੇਂ ਅੱਜ ਦੱਸਦੇ ਇਉਂ ਜਾਇਓ। ਉਹ ਵਿਧੀ ਫਿਰ ਦੱਸੀ ਕਿ ਘਰੋਂ ਇਸ਼ਨਾਨ ਕਰਕੇ 1 ਵਜੇ ਇਸ ਤਰ੍ਹਾਂ ਜਾਣਾ, ਨਾਮ ਜਪਦਿਆਂ ਜਾਣਾ, ਨਾਮ ਜਪਦਿਆਂ ਆਉਣਾ, ਦੁੱਖ ਭੰਜਨੀ ਬੇਰੀਆਂ ਇਸ਼ਨਾਨ ਕਰਨਾ, ਆਹ ਸ਼ਬਦ ਪੜ੍ਹਨੇ। ਜਿੱਲੇ ਆਏ ਉੱਥੇ ਗੁਰਮੁਖ ਆਏ, ਹਾਂਜੀ ਫਤਿਹ ਵਾਲਾ ਹੀ ਨਿਕਲ ਗਿਆ। ਦਰਸ਼ਨ ਮੇਲਾ ਕਰਕੇ ਸਿਹਰਾ ਚੜ੍ਹਾ ਕੇ ਪ੍ਰਸ਼ਾਦ ਭੇਟਾ ਆ ਗਿਆ ਪਰਿਕਰਮਾ ਕਰਕੇ। ਕਹਿੰਦੇ ਮਹਾਰਾਜ ਦਰਸ਼ਨ ਨਹੀਂ ਹੋਏ। ਕਹਿੰਦੇ ਜਿਹੜੇ ਫਤਿਹ ਬੁਲਾ ਕੇ ਗਿਆ ਸੀ ਉਹ ਕੌਣ ਸੀ? ਗੱਜ ਕੇ ਬੋਲੋ, ਉਹੋ ਹੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੀ। ਉਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੀਗੇ। ਪਰ ਭਾਵਨਾ ਨਾ ਫਿਰ ਦਰਸ਼ਨ ਦਿੰਦੇ ਆ, ਕਿਰਪਾ ਕਰਦੇ। ਸਾਡੇ ਅੰਦਰ ਭਾਵਨਾ ਇਹ ਨਹੀਂ। ਤੇ ਮਹਾਰਾਜ ਕਹਿੰਦੇ ਵੀ ਭਾਵਨਾ ਤੋਂ ਬਿਨੋਂ ਮਿਲਣਾ ਨਹੀਂ। ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ। ਜੇ ਭਾਵਨਾ ਨਹੀਂ ਜਗਦੀਸ਼। ਆਪਾਂ ਤਾਂ ਮੇਲੇ ਦੇਖਣ ਜਾਂਦੇ ਹਾਂ। ਆਹ ਹੁਣ 550 ਸਾਲ ਮਨਾਇਆ ਅਤੇ ਹੁਣ ਉੱਥੇ ਕਿਤੇ ਵੀ ਚੰਗਾ ਪੀਜ਼ਾ ਮਿਲਦਾ, ਫਲਾਨਾ ਮਿਲਦਾ, ਐਵੇਂ ਲੋਕ ਫਿਰਦੇ ਰਹੇ। ਗੁਰੂ ਨਾਨਕ ਨੂੰ ਮਿਲਣ ਨਹੀਂ, ਪੀਜ਼ੇ ਲੱਜਦੇ ਫਿਰਦੇ ਆ, ਬਰਗਰ ਲੱਜਦੇ ਫਿਰਦੇ ਆ। ਇੱਧਰ ਸ਼ਰਧਾ ਨਹੀਂ ਕਿ ਗੁਰੂ ਨਾਨਕ ਸਾਹਿਬ ਜੇ ਤਾਂ ਹੋਵੇ ਫਿਰ ਤਾਂ ਬੰਦਾ ਸੁੰਨ ਸਮਾਧੀ ਲਾਊਗਾ, ਸੁਰਤੀ ਵਿਰਤੀ ਜੋੜੂ, ਇੰਦਰੀਆਂ ਮਨ ਬੁੱਧੀ ਨੂੰ ਕਾਬੂ ਕਰੂਗਾ, ਨਾਮ ਦਾ ਅਭਿਆਸ ਕਰੂਗਾ, ਜਾਂ ਉਹ ਜਗ੍ਹਾ ਜਿੱਥੋਂ ਜਾ ਕੇ ਇਹੋ ਜਿਹੀ ਗੱਲ ਮਿਲੇ। ਕਹਿੰਦੇ ਫਿਰ ਜੇ ਇਸ ਤਰ੍ਹਾਂ ਧਿਆਵੋਗੇ ਨਾ, ਤੁਹਾਡੀ ਘਾਲ ਜਿਹੜੀ ਸਫਲ ਹੋ ਜਾਊਗੀ। ਅਤੇ ਮਹਾਰਾਜ ਹਰਫਲ ਨਨਕਾਣਾ ਸਾਹਿਬ ਗਏ। ਕਹਿੰਦੇ ਵੀ ਜਿੰਨੀ ਆਸ਼ਤਬਾਜ਼ੀ ਦੇਖਣੀ ਬਹਿ ਜਾਓ, ਜਿੰਨੀ ਗੁਰੂ ਨਾਨਕ ਸਾਹਿਬ ਦਰਸ਼ਨ। ਆਮ ਤਾਂ ਹੁੰਦਾ ਲੈ ਆਸ਼ਤਬਾਜ਼ੀ ਦੇਖੀਏ, ਖਾਸ ਕਰਕੇ ਨੌਜਵਾਨ ਚਲੇ ਗਏ। ਲੱਡੂ ਦੇ ਸੀਗੇ ਤਿਆਰ ਕਰਾ ਕੇ ਅਲਮਾਰੀ 'ਚ ਰੱਖ ਲੈ। ਅਤੇ ਸਮਝਾਤਾ ਜਿਹੜੇ ਸੇਵਾਦਾਰ ਇਹ ਹੋਵੇ ਤਾਂ ਕੋਈ ਕਿਰਿਆ ਇਹੋ ਜਿਹੀ ਤਾਂ ਗਲਾਨੀ ਨਾ ਕਰਿਓ। ਅਤੇ 3 ਮਹਾਂਪੁਰਖ ਆ ਗਏ, ਬੜੇ ਜਵਾਨ ਜੀ, ਸਾਦੇ ਲੀੜੇ ਪਹਿਨੇ ਹੋਏ। ਕਹਿੰਦੇ ਸੁਣਿਆ ਸੰਤ ਹਰਫੁਲੀਆਂ ਦਾ ਲੰਗਰ ਬੜਾ ਚੱਲਦਾ, ਸਾਨੂੰ ਤਾਂ ਰੋਟੀ ਨਹੀਂ ਮਿਲੀ। ਕਹਿੰਦੇ ਆਓ ਮਹਾਰਾਜ। ਜਿਹੜੇ ਹੱਥ ਧੋਣ ਲੱਗੇ ਐਵੇਂ ਪਾਣੀ ਰੋੜੀ ਜਾਣ। ਫਿਰ ਕਿਸੇ ਤਰ੍ਹਾਂ ਨਹੀਂ ਛੱਡ ਹੋਏ। ਉਹ ਸੇਵਾਦਾਰ ਸਿਆਣੇ ਸੀ। ਫਿਰ ਲੰਗਰ ਛਕਾਉਣ ਉਹਨੇ ਅਗਸਤ ਮੁਨੀ ਦਾ ਰੂਪ ਧਾਰਿਆ, ਬਸ ਦਵਾ ਸਮੇਟੀ ਜਾਣ। ਕਹਿੰਦੇ ਸੁਣਿਆ ਵੀ ਲੰਗਰ ਸਾਨੂੰ ਰਾਜਮੀ ਰੋਟੀ ਨਹੀਂ। ਸੰਤਾਂ ਤੋਂ ਫਿਰ ਉਹ ਸ਼ਬਦ ਕਿਹਾ ਨਹੀਂ ਮੈਂ ਕਹਿ ਸਕਦਾ। ਕਹਿੰਦੇ ਫਿਰ ਮਠਿਆਈ ਕਿਹਲੇ ਲੁਕੋ ਕੇ ਰੱਖੀ। ਕਹਿੰਦੇ ਮਹਾਰਾਜ ਆਪ ਦਾ ਹੁਕਮ ਹੀ ਲੈਣਾ ਸੀ। ਬਸ ਉਹ ਭੋਗ ਲਾਇਆ, ਉੱਥੇ ਆਦਰਿਸ਼ਟ ਹੋ ਗਿਆ। ਫਿਰ ਪਤਾ ਲੱਗਾ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਮਰਦਾਨਾ ਜੀ ਆਏ ਸੀ। ਫਿਰ ਆਸ਼ਤਬਾਜ਼ੀ ਵਾਲੇ ਆ ਗਏ। ਕਹਿੰਦੇ ਸੁਣਾਓ ਹੋਏ ਦਰਸ਼ਨ। ਕਹਿੰਦੇ ਹਾਂ। ਕਹਿੰਦੇ ਮਹਾਰਾਜ ਕਹਿੰਦੇ ਹੁਣ ਤਾਂ ਟਾਈਮ ਲੰਘ ਗਿਆ, ਉਹ ਵੇਲਾ ਬੀਤ ਗਿਆ। ਜੇ ਹੁਕਮ 'ਚ ਰਹਿੰਦੇ ਤਾਂ ਬਖਸ਼ਿਸ਼ ਮਿਲਣੀ ਸੀ। ਗੱਲ ਹੈ ਮਨ ਵਿੱਚ ਟਿਕਾ ਹੋਵੇ। ਅਤੇ ਅਸੀਂ ਤਾਂ ਭਜੂ ਕਰਦੇ, ਨੱਸਦੇ ਫਿਰਦੇ ਹਾਂ, ਸਵਾਸ ਵਿਅਰਥ ਉਗਾਈ ਜਾਂਦੇ ਹਾਂ, ਸਮੇਂ ਦੀ ਕਦਰ ਨਹੀਂ ਕਰਦੇ। ਇਹ ਰੱਬ ਨੇ ਲੇਖਾ ਲੈਣਾ, ਤੈਨੂੰ ਦਿਹਾੜੀ ਦੇ 24,000 ਸਵਾਸਾਂ ਦੀ ਪੂੰਜੀ ਦਿੱਤੀ ਸੀ, ਕਿੰਨੇ ਸਵਾਸ ਮੇਰੇ ਭਜਨ ਚਲਾਏ, ਸੇਵਾ ਸਿਮਰਨ ਚਲਾਏ ਹੈ। ਇਹ ਲੇਖਾ ਮੰਗਣਾ ਹੁਣ ਕਰਤੇ ਪੁਰਖ ਨੇ। ਅਤੇ ਹੁਣ ਤਾਂ ਅਸੀਂ ਬਸ ਐਂ ਹਾਂ ਜਿੱਥੇ ਬਹਿ ਗਿਆ ਗੱਪ ਗਪੌੜਾ ਦਿੰਦੇ ਆ ਚੁਗਲੀ। ਸਮਾਂ ਕਿਵੇਂ ਵੇਸਟ ਕਰਦੇ ਹਾਂ, ਕਦਰ ਨਹੀਂ ਕਰਦੇ ਸਮੇਂ ਦੀ। ਸਮਾਂ ਦੌੜਾ ਤੁਰਿਆ ਜਾ ਰਿਹਾ, ਲੰਘਦਾ ਜਾ ਰਿਹਾ। 24,000 ਸਵਾਸ ਰੋਜ਼ ਤੁਰੇ ਜਾ ਰਹੇ। ਇਹਨਾਂ ਨੂੰ ਸਫਲ ਕਰਨ ਲਈ ਇੱਧਰ ਤੁਰਦੇ ਨਹੀਂ, ਇੱਧਰ ਰੁਚੀ ਨਹੀਂ ਰਹਿ ਗਈ। ਇਸੇ ਕਰਕੇ ਬਿਮਾਰੀਆਂ ਜਕੜ ਲੈਣੀਆਂ ਇਹਨੂੰ। ਜੇ ਬਾਣੇ ਨਾਮ ਨਾਲ ਜੁੜੇ ਨਾ, ਉਹ ਪਾਪਾਂ ਕਰਕੇ ਰੋਗ ਆਉਂਦੇ ਆ, ਪਾਪ ਘਟੀ ਜਾਂਦੇ ਆ। ਪਾਪ ਘਟਣ ਨਾਲ ਫਿਰ ਆਤਮਾ ਵੀ ਬਲਵਾਨ ਹੁੰਦੀ, ਸਰੀਰ ਵੀ ਰਿਸ਼ਟ ਪੁਸ਼ਟ ਤੰਦਰੁਸਤ ਹੁੰਦਾ ਹੈ। ਤੋ ਜਿੰਨਾ ਦਰਿਦਰ ਧਾਰਦੇ ਆ ਉਨੇ ਹੋਰ ਉਹਦੀ ਲਾਈਟ ਸੂਰਜ ਵਰਤਦੇ ਆ, ਚੰਦਰਮਾ ਦੀ ਪੌਣ ਪਾਣੀ ਧਰਤੀ ਕਿੰਨੇ ਪਦਾਰਥ ਉਹਦੇ ਵਰਤਦੇ ਆ। ਉਹਦੇ ਨਿਮਿੱਤ ਆਪਾਂ ਸਤਿਨਾਮ ਵਾਹਿਗੁਰੂ ਨਹੀਂ ਕਹਿ ਸਕਦੇ, ਸ਼ੁਕਰਾਨਾ ਵੀ ਨਹੀਂ ਕਰ ਸਕਦੇ। ਉਹਦਾ ਮੂੰਹੋਂ ਨਿਕਲਦਾ ਹੀ ਨਹੀਂ ਹੈ। ਸੋ ਇਸ ਵਾਸਤੇ ਪਰ ਜਿਹੜੇ ਗੁਰਮੁਖ ਆ ਉਹ ਦਿਨ ਰਾਤ ਭੋਜਨ ਕਮਾਉਣ ਵੇਲੇ, ਬਣਾਉਣ ਵੇਲੇ, ਛਕਣ ਛਕਾਉਣ ਵੇਲੇ, ਹਰ ਵੇਲੇ ਉਹਦਾ ਧੰਨਵਾਦ। ਇਹ ਮਹਾਰਾਜ ਤੇਰੀ ਕਿਰਪਾ, ਤੇਰੀ ਬਖਸ਼ਿਸ਼। ਜਿੰਦੀ ਆ ਤੁਧ ਪਵਨਾ ਮੋਲਾ, ਜਿੰਦੀ ਆ ਤੁਧ ਨੀਰ ਨਰ ਮੋਲਾ। ਹੁਣ ਰੋਜ਼ ਸੁਖਮਨੀ ਦਾ ਪੜ੍ਹਦੀਆਂ
छेवीं अष्टपदी, जे प्रसाद छत्ती ही ਅੰਮ੍ਰਿਤ ਖਾਏ, ਤੇ ਚੇਤੇ ਕੀਤਾ ਉਹਨੂੰ, ਉਹਦਾ ਭੁੱਲ ਜਾਂਦਾ। ਤੇ ਜਿਨ੍ਹਾਂ ਨੂੰ ਉਹ ਚੇਤੇ ਆ ਉਹ ਤਾਂ ਫਿਰ ਅੱਠੋਂ ਪੈਰ ਆਨੰਦ ਲੈਂਦੇ ਉਹਦੇ ਨਾਲ ਮਿਲ ਕੇ। ਇਸ ਕਰਕੇ ਮਹਾਰਾਜ ਕਹਿੰਦੇ ਕਿ ਉਹਨਾਂ ਦੀ ਘਾਲ ਫਿਰ ਪੂਰਨ ਹੋ ਜਾਂਦੀ ਹੈ। ਅਤੇ ਬਾਬਾ ਮੇਹਰ ਸਿੰਘ ਜੀ ਮਹਾਰਾਜ ਨਿਜਰਾਂ ਦੀ ਪਡੋਰੀ ਹੋਇਆ, 12ਵਾਂ ਫੌਜ ਵਿੱਚ ਸੀ। ਉਹਨਾਂ ਦੇ ਭਰਾ ਕਹਿੰਦੇ ਮਹਾਰਾਜ ਤੁਹਾਡੀ ਭਤੀਜੀ ਦਾ ਵਿਆਹ ਹੈ, ਉਹ ਤਾਂ ਬ੍ਰਹਮਚਾਰੀ ਸੀ, ਕਿਰਪਾ ਕਰੋ। ਕਹਿੰਦੇ ਵੀ ਛੁੱਟੀ ਮਿਲੇਗੀ ਤਾਂ ਹੀ ਹੈ ਨਾ। ਕਹਿੰਦੇ ਮਹਾਰਾਜ ਫਿਰ ਪਹਿਲਾਂ ਹੀ ਵਿਆਹ ਆਪਣੇ ਘਰ, ਕਹਿੰਦੇ ਫਿਰ ਦੇਖਾਂਗੇ। ਉੱਧਰ ਬਰਮਾ 'ਚ ਡਿਊਟੀ ਦੇ ਰਹੇ ਆ, ਦੂਆ ਸਰੀਰ ਧਾਰ ਕੇ ਆਪਣੀ ਭਤੀਜੀ ਦੇ ਵਿਆਹ 'ਚ ਘੁੰਮ ਰਹੇ ਆ। ਦੇਖ ਲਓ ਮਹਾਂਪੁਰਖਾਂ ਦੇ ਚੋਜ, ਇਉਂ ਪੈਂਟ ਕੋਟ 'ਚ ਹੀ ਰਹੇ ਆ, ਕੋਈ ਸਾਧਾਂ ਦਾ ਬਾਣਾ ਨਹੀਂ ਫੌਜ। ਅਤੇ ਇਉਂ ਬੈਠੇ ਦੀਵਾਨ ਲਗਾਇਆ, ਖਿੜ ਖੜਾ ਕੇ ਹੱਸ ਪਿਆ, ਤਾੜੀ ਮਾਰੀ। ਕਹਿੰਦੇ ਮਹਾਰਾਜ ਮਹਾਂਪੁਰਖ ਇੰਨੇ ਸਿਆਣੇ। ਕਹਿੰਦੇ ਅੱਜ ਮੇਰੇ ਗੁਰੂ ਭਾਈ ਸੰਤ ਜਵਾਲਾ ਸਿੰਘ ਹਰਖਵਾਲ ਵਾਲੇ ਨੂੰ ਗੁਰੂ ਨਾਨਕ ਦੇ ਭੰਡਾਰੇ ਦੀਆਂ ਚਾਬੀਆਂ ਮਿਲ ਗਈਆਂ ਖਜ਼ਾਨੇ ਦੀਆਂ। ਘਾਲ ਇਹਨਾਂ ਦੀ ਸਫਲ ਹੋ ਗਈ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ। ਪੂਰਨ ਹੋਵੇ ਘਾਲਾ, ਜਿਹੜੀ ਘਾਲ ਕਮਾਈ ਕੀਤੀ ਸਫਲ ਹੋ ਗਈ। ਘਾਲ ਕਰਨੀ ਪੈਂਦੀ ਹੈ। ਸੰਤਾਂ ਨੂੰ ਪੁੱਛਿਆ ਮਹਾਰਾਜ ਸਿਮਰਨ, ਕਹਿੰਦੇ 15 ਸੁਖਮਣੀ, 25 ਜਪਜੀ, 5 ਗ੍ਰੰਥੀ ਦੀਆਂ ਬਾਣੀਆਂ ਦੇ 5 ਨਿਤਨੇਮ। ਕਹਿੰਦੇ ਸੌਂਦੇ ਕਦੋਂ ਸੀ? ਕਹਿੰਦੇ 12 ਸਾਲ ਧਰਤੀ ਨਾਲ ਪਿੱਠ ਲਾ ਕੇ ਨਹੀਂ ਦੇਖੀ। ਉੱਥੋਂ ਤੁਰੇ ਹੋਏ ਰਾਤੇ ਰਾਤ ਲੁਧਿਆਣੇ ਪਹੁੰਚ ਜਾਂਦੇ ਸੀ। ਮਾਤਾ ਚੰਦੋ ਰਾਣੀ, ਬਾਬਾ ਫੂਸ, ਬਾਬਾ ਧਰਮਵੇਰੂ ਸਾਹਿਬ ਵਾਲੇ, ਬਾਬਾ ਬੀਰਮਦਾਸ, ਤੁਰੇ ਰਹਿਣਾ ਭਜਨ ਕਰਦਿਆਂ ਕਰਦਿਆਂ। 60 70 ਮੀਲ ਨਿਕਲ ਜਾਣਾ ਸਿਮਰਨ ਕਰਦਿਆਂ। ਅਸੀਂ ਤਾਂ ਮੰਜਾ ਹੀ ਨਹੀਂ ਛੱਡਦੇ, ਬੈੱਡ ਨਹੀਂ ਛੱਡਦੇ। ਫਿਰ ਬੈੱਡ ਕਹਿੰਦਾ ਮੇਰੇ ਨਾਲ ਪ੍ਰੇਮ ਕਰਦੇ, ਹੁਣ ਮੈਂ ਵੀ ਤੁਹਾਨੂੰ ਆਪਣੇ ਜੋਗਾ ਬਣਾਉਣਾ। ਫਿਰ ਬੈੱਡ ਜੋਗੇ ਬਣ ਜਾਂਦੇ ਆ। ਕੋਈ ਐਕਸਰਸਾਈਜ਼ ਨਹੀਂ ਕਰਨੀ, ਕੋਈ ਵਰਜਿਸ਼ ਨਹੀਂ ਕਰਨੀ, ਕੋਈ ਸਿਮਰਨ ਨਹੀਂ ਕਰਨਾ। ਬਸ ਫਿਰ ਰੋਗਾਂ ਨਾਲ ਚਿੰਬੜ ਜਾਂਦੀਆਂ ਬਿਮਾਰੀਆਂ, ਫਿਰ ਛੱਡਦੀਆਂ ਨਹੀਂ। ਅਤੇ ਰੱਬ ਨਾਲ ਪਿਆਰ ਕਰੋਗੇ ਉਹ ਰੋਗ ਵੀ ਪਰੇ ਕਰਦਾ। ਰੋਗ ਵੀ ਉਹਦੇ ਬਣਾਏ ਆ। ਜਿਹੜੇ ਉਹਨੂੰ ਭੁੱਲਦੇ ਹੋ ਫਿਰ ਇਹਨਾਂ ਨੂੰ ਭੇਜ ਦਿੰਦਾ, ਲਓ ਫਿਰ ਜਿਹੜੇ ਉਹਦੇ ਤੁਰਾਂਗੇ ਉਹ ਤੰਦਰੁਸਤੀ ਦਿੰਦਾ। ਮਹਾਰਾਜ ਕਹਿੰਦੇ ਕਿ ਫਿਰ ਪੂਰਨ ਹੋਵੇ ਘਾਲਾ, ਘਾਲ ਪੂਰੀ ਹੋ ਜਾਂਦੀ। ਰਹੋ ਸਾਰ ਸੰਭਾਲੇ ਨਿਤ ਪ੍ਰਪਲ। ਕਹਿੰਦੇ ਤੁਸੀਂ ਦਿਨਾਂ ਫਿਕਰ ਕਰਦੇ ਕਿੱਥੋਂ ਖਾਵਾਂ ਪਹਿਨਾਂਗੇ, ਉਹਦੇ ਬਣ ਜਾਈਏ ਵਿਧੀਆਂ ਬਣਾਈ ਜਾਂਦਾ, ਸਾਰਿਆਂ ਦੀ ਸਾਰ ਲੈਂਦਾ, ਸਾਰਿਆਂ ਦੀ ਸੰਭਾਲ ਕਰਦਾ। ਤੁਹਾਤੋਂ ਦਾ 2 ਜਵਾਕੜੇ ਸਾਹਮਣੇ ਔਖੇ ਹੋਏ, ਉਹ ਆ ਕਿੰਨੇ ਕਰੋੜਾਂ ਬ੍ਰਹਮੰਡਾਂ ਖੰਡਾਂ ਦੀ ਸਭ ਦੀ ਸੰਭਾਲ ਕਰ ਰਿਹਾ। ਕੋਟ ਬ੍ਰਹਮੰਡ ਕੋ ਠਾਕਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹਦਾ ਸਭ ਦੀ ਸੰਭਾਲ ਕਰ ਰਿਹਾ। ਸਾਤੋਂ 2 ਜਵਾਕੜੇ ਔਖੇ ਹੋਏ ਆ, ਉਹ ਵੀ ਕਹਿਣਾ ਨਹੀਂ ਮੰਨਦੇ। ਅੱਜ ਕੱਲ੍ਹ ਦੇਖਦੇ ਹਾਂ ਕਿਹੋ ਜਿਹਾ ਰੁੱਤ ਚੱਲਦੀ ਹੈ। ਨਿਤ ਪ੍ਰਤਪਾਲੇ, ਹਮੇਸ਼ਾ ਪ੍ਰਤਪਾਲਣਾ ਕਰਦਾ। ਪ੍ਰੇਮ ਸਹਿਤ ਗੱਲ ਆਵੇ, ਜਿਹੜਾ ਉਹਨਾਂ ਪ੍ਰੇਮ ਕਰਦਾ ਨਾ ਉਹਨੂੰ ਤਾਂ ਫਿਰ ਗਲ ਲਾ ਲੈਂਦਾ। ਮਿਲਿਓ ਲਾਏ 'ਚ ਭੀੜਾ, ਜਿਵੇਂ ਭਾਈ ਜੈਤਾ ਸੀਸ ਲਿਆਇਆ ਮਹਾਰਾਜ ਦਾ, ਅਤੇ 10ਵੇਂ ਪਾਤਸ਼ਾਹ ਗਲਵੱਕੜੀ 'ਚ ਲੈ ਕੇ ਰਗਰੇਟੇ ਗੁਰੂ ਕੇ ਬੇਟੇ। ਕਿੰਨਾ ਪਿਆਰ ਕਰਦਾ ਹੈ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ। ਪਾਤਸ਼ਾਹ ਕਹਿੰਦੇ 5ਵੇਂ, ਹੇ ਗੁਰੂ ਨਾਨਕ ਤੈਨੂੰ ਭੁੱਲਣ ਨਾ ਜਗਤ ਜੀਵਨ ਕੈਸੇ ਪਾਵੇ। ਇਹ ਜਗਤ ਦੇ ਲੋਕ ਜੀਵਨ ਦੀ ਜਾਂਚ ਕਿਵੇਂ ਪ੍ਰਾਪਤ ਕਰਨਗੇ? ਜਿਹਨੇ ਤੈਨੂੰ ਚੇਤੇ ਕੀਤਾ ਉਹਨਾਂ ਨੂੰ ਜੀਵਨ ਦੀ ਜਾਂਚ ਆਈ। ਉਹ ਜਿੰਦੇ ਵੀ ਮੁਰਦਿਆਂ ਤੋਂ ਲਿਆ, ਨਾ ਜਫਾਈ ਨਾ ਵਫਾਈ, ਬਸ ਸ਼ਰਾਬਾਂ ਕਬਾਬਾਂ, ਨਸ਼ਿਆਂ, ਚਿੱਟਿਆਂ ਚੁੱਟਿਆਂ, ਪੈਸ਼ਨ ਰਸਤੀ, ਪੁੱਠਿਆਂ ਕੰਮਾਂ 'ਚ ਗੁਜ਼ਾਰ ਕੇ ਚਲੇ ਜਾਂਦੀ ਦੁਨੀਆ। ਜਾਂ ਮਾਇਆ ਦੇ ਕੀੜੇ ਬਣੇ ਰਹੇ, ਮਾਇਆ ਦੀ ਛਿੱਲ ਲਾਲਾ ਖਾਂਦੇ ਵਿਆਜ 'ਤੇ ਪੜ ਵਿਆਜ ਗਾਂਹ 'ਤੇ ਗਾਂਹ ਦੇ ਤੇਰੇ ਦੀ। ਪਰ ਕਹਿੰਦੇ ਤੈਨੂੰ ਭੁਲਾ ਕੇ ਜੀਵਨ ਨਹੀਂ ਮਿਲਦਾ। ਜੀਵਨ ਮਿਲਣਾ ਤੈਨੂੰ ਚੇਤੇ ਕਰਨੇ ਨਾਲ, ਤੇਰਾ ਸਿਮਰਨ ਕਰਨੇ ਨਾਲ, ਸ਼ਬਦ ਦੀ ਨਾਮ ਦੀ ਕਮਾਈ ਕਰਨੇ ਨਾਲ, ਤੇਰੇ ਘਰ ਦੀ ਸੇਵਾ ਕਰਨੇ ਨਾਲ, ਸਤਸੰਗ ਕਰਨੇ ਨਾਲ, ਪਰਉਪਕਾਰ ਕਰਨੇ ਨਾਲ। ਭਾਈ ਗੜੀਆ ਜੀ ਸੀ ਨਾ ਕਸ਼ਮੀਰ ਵਿੱਚ, ਉਹ ਜਿੰਨਾ ਦਸਵੰਧ ਹੋਣਾ ਉੱਥੇ ਲੰਗਰ ਲਾ ਦੇਣੇ ਪਰਉਪਕਾਰ।
महाराज सच्चे पातशाह जी ने कहा मेरी पीर महाराज छेवें पातशाह संगतां ने शिकायत की थी महाराज दसवंध दिने तुहानूं पहुँचाउंदा नहीं। महाराज कहते भाई गढ़िया किवें? कहते महाराज तुहाडा हुक्म है सेवा का मैं लंगर ला दिना। कहते शाबाश असीं हर जगह व्यापक है जिथे भी करें सानूं पहुँच जाता। महाराज छे फिर देख लो शाह दौला कश्मीर च भेजिया सी प्रचार लई महाराज ने भाई गढ़ीए नूं। शाह दौला बड़ा रिधियां सीधियां कहते एडे गुरु का चेला आ सादे जा लीड़े पाए टुटे जा जोड़ा पाई फिरदा धूड़ उड़दी। कहते को करामात जिले देखा शाह दौले ने उस वेले फिर उन्होंने यहो जी दृष्टि की सारा पहाड़े सोने का दिखाता। शाह दौला चरनी डिग पिया कि इन्नी बरकत हो के तू इन्नी सादगी विच। कहते साडे गुरु का हुक्म है हुंदे ताण होए नताणा हुंदे मन होए नमाणा। अपना आप दिखाना नहीं। चरनी डिग पिया कहता तेरा गुरु कहते छेवें पंजवें। फिर महाराज चरना चाहा फिर बेनती की सी फकीर की ते हथियार की। फकीर की ते औरत की। फकीर की पुत्र और दौलत की। फिर महाराज ने कहा औरत ईमान है पुत्र निशान है दौलत गजरान है। फकीर ना हिंदू ना मुसलमान है। कहेंगे एक तलवार मीरी दी एक पीरी दी। एक ना पीरां दी पीरी खोलनी है एक ना मीरां दी मीरी खोलनी है। शाह दौला जड़े दुष्ट लोग है हथियार तो बिना काबू नहीं होंगे। जिले डंडा फिरदा फिर हाथ जोड़ते नहीं तो निंदया करते। कहते महाराज गुरु नानक साहब का सिद्धांत वो ही है कि तुहाडे बाहरले चोज है ये चोज है तुहाडे। सो इस करके अज ये इतिहास पढ़ा रहे सी ते मोलस खान चंदू का पुत घेरड़ का कहते हुण कल्ले आ गए महाराज ना आपां तीन जने आ। तो पहला आया चंदू का महाराज ने मारी ढाल पुठा करके सुटता। फिर दूजा आया बड़े यतन जुतन किए बस महाराज कढ़िया पिस्तौल ठा की तो तोरता गां। मुगलिस खां आया वो भी बड़ा शास्त्र विद्या अभ्यासी। बस फिर महाराज ने पैंतरे जिले कढ़े वो तो लगा मेरे हुण थले मारनगे दा वो थले दे रहा बचाने लई। महाराज ने मारे धौण ते कद्दू वांग सिर ला के छेवें पासे परे राता ते जय जयकार हो गई। 15,000 फौज लेके आया सी सब गड्डी चढ़ाते। पहला अंमृतसर दूआ जंग उत्थे महाराज है बरसात आ तो भगवान का घेरड़ आ गया। कहता मेरी जगह चंदू का जरानेदार सी। कहते असीं तो 4 दिन बरसात के दिन कटने दरिया का किनारा बहुत गालां ऊट पटांग। महाराज कहते जिहड़ी ब्यास नदी है ये दुर्गा देवी है ये मैखासर दैंत है मार मार छेतर इनू खत्म कर दो तो देवी की चंडी चढ़ा दो इत्थे नगर बहुत सोहना बसूगा। फिर उत्थे हरगोबिंद नगर वसाया पातशाह ने। कहते जिहड़े दुष्ट लोग है दौला शाह दौला यूँ काबू नहीं आते है। सो इस वास्ते महाराज सच्चे पातशाह कहते हैं उन्होंने भुलाने ना ये संसार के लोग जीवन किवें पा सकते। जीवन उदों मिलना जिले उन्होंने चेते करांगे उहदी बंदगी करांगे भजन करांगे सिमरन करांगे सत्संग करांगे। ये सत्संगियो सतगुर सच्चे पातशाह जी की पावन पवित्र बाणी का उपदेश है धन गुरु नानक साहब जी के घर का। सो इस करके महाराज ने मीरियां पीरियां ये बख्शियां प्यारियां नूं। सो महाराज सच्चे पातशाह मेहर करन चढ़दी कला बख्शिश करन। सो संगत का विचार भावें अपने सोखनी साली ने पाठ होया सी पर कुदरती पुनिया का विचार बन गया सत्संग का। तो महाराज ने कृपा की है तो भगत रविदास जी का नाए उन्हों का ये जन्म उत्सव संगत मना रही हैं। तो बहाने के नाल कथा वार्ता संगतां ने सरवण की है। महाराज सच्चे पातशाह मेहर करन ते प्रसंग विच सारा
ਨਾਮ ਬਾਣੀ ਦੇ ਅਭਿਆਸ ਦੀ ਵਿਚਾਰਧਾਰਾ ਦੱਸੀ ਹੈ। ਭਗਤ ਜੀ ਜੇ ਉੱਚੀ ਸੁੱਚੀ ਅਵਸਥਾ ਲਈ ਹੈ, ਉਹ ਨਾਮ ਦੁਆਰਾ ਲਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।